ਅੱਜ ਦੇ ਸਪੈਸ਼ਲ ਪ੍ਰੋਗਰਾਮ ਪੱਟ ਦੀਆਂ ਖਬਰਾਂ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਅਸੀਂ ਸ਼ਾਮਲ ਹਾਂ ਤੁਹਾਡੇ ਲਈ ਲੈ ਕੇ ਪੱਟ ਦੀਆਂ ਖਬਰਾਂ। ਪੱਟ ਦੀਆਂ ਖਬਰਾਂ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਸਪੈਸ਼ਲ ਗੈਸਟ ਨਾਲ ਕਰਵਾਵਾਂਗੇ ਜੋ ਕਿ ਨਵੀਂ ਦਿੱਲੀ ਤੋਂ ਸਾਡੇ ਨਾਲ ਲਾਈਵ ਜੁੜਨਗੇ। ਮੇਰੀ ਮੁਰਾਦ ਸਰਦਾਰ ਹਰਤੋਸ਼ ਸਿੰਘ ਬਲ ਜੀ ਨਾਲ ਆ। ਹਰਤੋਸ਼ ਸਿੰਘ ਜੀ ਬਲ ਹਿੰਦੁਸਤਾਨ ਦੇ ਵਿੱਚ ਜਰਨਲਿਜ਼ਮ ਦੇ ਵਿੱਚ ਕਾਫੀ ਉੱਚਾ ਨਾਂ ਰੱਖਦੇ ਨੇ। ਉਹ ਦਿੱਲੀ ਤੋਂ ਸਾਡੇ ਨਾਲ ਅੱਜ ਲਾਈਵ ਸ਼ਾਮਲ ਹੋ ਚੁੱਕੇ ਨੇ। ਸੋ ਸਭ ਤੋਂ ਪਹਿਲਾਂ ਤਾਂ ਹਰਤੋਸ਼ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ-ਬਹੁਤ ਸਵਾਗਤ। ਹਾਂਜੀ ਪਲ ਸਾਹਿਬ, ਜੇ ਗੱਲ ਹਿੰਦੁਸਤਾਨ ਦੇ ਖਬਰਾਂ ਦੀ ਕੀਤੀ ਜਾਵੇ ਤਾਂ ਬੀਫ ਤੇ ਜਿਹੜਾ ਬੈਨ ਲੱਗਿਆ ਹੋਇਆ ਸੀ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉਸ ਬੈਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਬਿਆਨ ਦਿੱਤੇ ਨੇ। ਇਹ ਮੁੱਦਾ ਕਈ ਪਾਰਟੀਆਂ ਤੋਂ ਯੂਨਾਈਟਿਡ ਨੇਸ਼ਨ ਤੱਕ ਲੈ ਕੇ ਜਾਣ ਦੀਆਂ ਗੱਲ ਕਰ ਰਹੇ ਨੇ। ਅਤੇ ਜਿਹੜੀ ਪੋਲੀਟਿਕਸ ਹਿੰਦੁਸਤਾਨ ਦੇ ਵਿੱਚ ਅੱਜ ਬੀਫ ਜਾਂ ਬੀਫ ਦੇ ਮਾਸ ਨੂੰ ਲੈ ਕੇ ਅੱਗੇ ਵਧੀ ਹੋਈ ਆ, ਉਸ ਬਾਰੇ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰੋਗੇ? ਦੇਖੋ, ਜਿੱਥੇ ਤੱਕ ਇਹ ਮਸਲਾ ਹੈਗਾ ਇਹਨੂੰ ਪਿਛਲੇ ਸਾਲ ਡੇਢ ਸਾਲ ਮੋਦੀ ਸਰਕਾਰ ਤੋਂ ਸੈਪਰੇਟ ਨਹੀਂ ਕੀਤਾ ਜਾ ਸਕਦਾ ਹੈਗਾ। ਕਈ ਗੱਲਾਂ ਹੋਈਆਂ ਨੇ, ਤੁਸੀਂ ਸੁਣਿਆ ਹੋਣਾ ਲਵ ਜਿਹਾਦ ਦੀ ਗੱਲਾਂ ਹੋਈਆਂ ਨੇ, ਉਹਦੇ ਬਾਅਦ ਘਰ ਵਾਪਸੀ, ਜਿਹੜੀ ਇਹ ਸਾਰੇ ਮੁੱਦੇ ਹਿੰਦੂਤਵ ਤੋਂ ਜੁੜੇ ਹੋਏ ਹੈਗੇ। ਜਿਸ ਪਿੰਡ 'ਚ ਇਹ ਵਾਕਿਆ ਹੁਣੇ ਵਾਪਰਿਆ ਹੈਗਾ ਹੈ, ਦਾਦਰੀ ਜ਼ਿਲ੍ਹੇ 'ਚ ਪੈਂਦਾ ਹੈਗਾ, ਦਿੱਲੀ ਨਾਲ ਲੱਗਦਾ ਹੈਗਾ ਹੈ। ਇੱਕ ਮੁਸਲਮਾਨ ਫੈਮਿਲੀ ਤੇ ਅਟੈਕ ਕੀਤਾ ਗਿਆ। ਉੱਥੇ ਮੰਦਿਰ ਤੋਂ ਐਲਾਨ ਕੀਤਾ ਗਿਆ ਕਿ ਉਹਨਾਂ ਦੇ ਘਰ ਬੀਫ ਸਰਵ ਕੀਤਾ ਗਿਆ ਹੈਗਾ। ਉਹਦੇ ਬਾਅਦ ਮੌਤ ਇਕੱਠੀ ਹੋਈ। ਇਹ ਉਸੀ ਸਾਰੀ ਕੜੀ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਇਹਦੇ ਇੱਕ ਤੇ ਇਮੀਡੀਏਟ ਜਿਹੜੀ ਪ੍ਰੋਵੋਕੇਸ਼ਨ ਇਹਦਾ ਫਾਇਦਾ ਬੀਜੇਪੀ ਵਾਲਿਆਂ ਨੇ ਉੱਥੇ ਉਠਾਇਆ ਹੈਗਾ। ਬੀਜੇਪੀ ਵਾਲਿਆਂ ਨੇ ਸਟੇਟਮੈਂਟ ਦਿੱਤਾ ਹੈ ਲੋਕਾਂ ਦੇ ਸਪੋਰਟ ਤੇ ਜਿਨ੍ਹਾਂ ਨੇ ਅਟੈਕ ਕੀਤਾ ਹੈਗਾ। ਇਮੀਡੀਏਟਲੀ ਆਫਟਰ ਦੀ ਇਨਸੀਡੈਂਟ ਇੱਥੇ ਪੰਚਾਇਤ ਇਲੈਕਸ਼ਨਸ ਡਿਊ ਹੈਗੀਆਂ ਨੇ। ਤੁਸੀਂ ਦੇਖੋ, ਜਿੱਥੇ ਇਲੈਕਸ਼ਨਸ ਡਿਊ ਹੁੰਦੀਆਂ ਨੇ ਉੱਥੇ ਬੀਜੇਪੀ ਨੇ ਇਹੋ ਜਿਹੀ ਘਟਨਾਵਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਯੂਪੀ ਦੇ ਇਲੈਕਸ਼ਨ ਤੋਂ ਪਹਿਲਾਂ ਮੁਜ਼ੱਫਰਨਗਰ ਤੇ ਰਾਇਟਸ ਹੋਏ ਸੀਗੇ। ਹੁਣ ਇਹ ਇਸ਼ੂ ਨੂੰ ਲੈ ਕੇ ਉਹ ਬਿਹਾਰ 'ਚ ਜਾ ਕੇ ਪ੍ਰੋਪੇਗੈਂਡਾ ਕਰ ਰਹੇ ਹੈਗੇ। ਜਿੱਥੇ ਗੱਲ ਡਿਵੈਲਪਮੈਂਟ ਦੀ ਹੋ ਰਹੀ ਸੀ, ਮੁਕਤੀ ਦੀ ਗੱਲ ਹੋ ਰਹੀ ਸੀਗੀ, ਹੁਣ ਉੱਥੇ ਪੂਰਾ ਰੈਟਰਿਕ ਬਣ ਗਿਆ ਹੈਗਾ ਕਿ ਅਸੀਂ ਅਗਰ ਅਸੀਂ ਇਲੈਕਸ਼ਨ ਜਿੱਤਿਆ ਤੇ ਅਸੀਂ ਬਿਹਾਰ 'ਚ ਵੀ ਬੀਫ ਬੈਨ ਲਿਆਵਾਂਗੇ। ਤੇ ਮੈਨੂੰ ਲੱਗਦਾ ਹੈਗਾ ਇਹ ਬੀਫ ਵੀ ਇੱਕ ਹਿੰਦੂਤਵਾਈਜ਼ੇਸ਼ਨ ਜਿਹੜੀ ਇਸ ਦੇਸ਼ ਦੀ ਹੋ ਰਹੀ ਹੈਗੀ ਉਹਦੇ ਨਾਲ ਜੁੜੀ ਹੋਈ ਇੱਕ ਇਸ਼ੂ ਬਣ ਗਈ ਹੈ। ਜਿਹੜਾ ਉੱਤਰ ਪ੍ਰਦੇਸ਼ ਕਾਫੀ ਬਹੁਤ ਵੱਡਾ ਸੂਬਾ, ਤੇ ਜੇ ਉੱਥੇ ਦੇ ਰਾਜਸੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਜਿਹੜੇ ਮੌਜੂਦਾ ਮੰਤਰੀ ਨੇ ਆਜ਼ਮ ਖਾਨ, ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਆਏ ਨੇ। ਉਹਨਾਂ ਨੇ ਕੱਲ੍ਹ ਇੱਥੋਂ ਤੱਕ ਬਿਆਨ ਦੇ ਦਿੱਤਾ ਕਿ ਨਾਗਪੁਰ ਤੋਂ ਆਰਡਰ ਆ ਚੁੱਕੇ ਨੇ, ਹੁਣ ਸਾਨੂੰ ਆਪਣੀਆਂ ਵੀ ਗੰਨਾਂ ਲੋਡ ਕਰਕੇ ਰੱਖਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਉਹ ਜਿਹੜਾ ਹਿੰਸਕ ਘਟਨਾਵਾਂ ਦੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ ਨੇ ਜਿਹੜੀਆਂ ਲੋਕਤੰਤਰ ਦੇ ਲਈ ਸ਼ਰਮਨਾਕ ਹੋ ਸਕਦੀਆਂ ਨੇ, ਉਸ ਦੇ ਲਈ ਬੜਾਵਾ ਨਹੀਂ ਦਿੰਦੀਆਂ ਇਸ ਗੱਲਾਂ ਨੂੰ। ਜੀ ਇੱਕਦਮ। ਤੇ ਨਾਲ ਸਮਾਜਵਾਦੀ ਪਾਰਟੀ ਨੂੰ ਤੁਸੀਂ ਦੇਖੋ, ਇਹ ਇੱਕ ਕੰਪੀਟੀਟਿਵ ਕਮਿਊਨਲਾਈਜੇਸ਼ਨ 'ਚ ਇੰਡਲਜ ਕਰ ਰਹੇ ਹੈਗੇ। ਇਹ ਆਪਣੇ ਤੌਰ ਤੋਂ ਇਹੀ ਕੰਮ ਕਰ ਰਹੇ ਜਿਹੜਾ ਬੀਜੇਪੀ ਕਰ ਰਹੀ ਹੈਗੀ ਹੈ। ਇਹ ਪਾਰਟੀ ਦੀ ਕ੍ਰੈਡੈਂਸ਼ੀਅਲਸ ਵੀ ਬੜੇ ਕੁਐਸਚਨੇਬਲ ਹੈਗੇ। ਆਫਟਰ ਆਲ ਸਰਕਾਰ ਇਹਨਾਂ ਦੀ ਸੀਗੀ ਜਦੋਂ ਰਾਈਟ ਹੋਏ ਮੁਜ਼ੱਫਰਨਗਰ 'ਚ, ਇੱਥੇ ਵੀ ਸਰਕਾਰ ਇਹਨਾਂ ਦੀ ਹੈਗੀ ਹੈ। ਐਕਸ਼ਨ ਇਹਨਾਂ ਨੇ ਨਹੀਂ ਲਿੱਤਾ ਹੈਗਾ। ਇਹ ਦੂਜੀ ਪੋਲਰਾਈਜੇਸ਼ਨ ਮੁਸਲਿਮ ਵੋਟ ਨੂੰ ਕੈਪਚਰ ਕਰਨ ਲਈ ਕਾਫੀ ਹੱਦ ਤੱਕ ਇਹ ਬੀਜੇਪੀ ਵਾਲਾ ਰੈਟਰਿਕ ਮੁਸਲਮਾਨਾਂ ਲਈ ਪਲੇ ਆਊਟ ਕਰ ਰਹੇ ਹੈਗੇ। ਇਸ ਕਨਫਰੰਟੇਸ਼ਨ 'ਚ ਲੋਕ ਮਰਦੇ ਹੈਗੇ, ਪ੍ਰੋਬਲਮ ਇੱਥੇ ਆਉਂਦੀ ਹੈਗੀ। ਜੇ ਗੱਲ ਦੂਜੀਆਂ ਪਾਰਟੀਆਂ ਦੀ ਕੀਤੀ ਜਾਵੇ, ਆਮ ਆਦਮੀ ਪਾਰਟੀ ਦੀ ਜਾਂ ਦੂਜੇ ਅਸਦੁਦੀਨ ਓਵੈਸੀ ਦੀ, ਉਹਨਾਂ ਨੇ ਵੀ ਇਸ ਜਿਹੜੀ ਘਟਨਾ ਸੀ ਉਸ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਬਾਰੇ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਮੈਂ ਕਿਹਾ ਜੀ ਕਿ ਮੁੱਦਾ ਜਿਹੜਾ ਹੈਗਾ ਹੈ ਹੀ ਰਾਜਨੀਤਿਕ ਹੈਗਾ। ਬਿਨਾਂ ਰਾਜਨੀਤੀ ਦੇ ਇਹ ਸਾਰਾ ਹੋਣਾ ਨਹੀਂ ਸੀਗਾ। ਇਸ ਤੋਂ ਇੱਕ ਦਿਨ ਪਹਿਲਾਂ ਇਹ ਰਿਪੋਰਟ ਹੁਣੀ ਅੱਗੇ ਪਰਸਿਊ ਨਹੀਂ ਹੁੰਦੀ ਹੈ। ਲਖਨਊ ਦੇ ਨੇੜੇ ਇੱਕ ਮੁਸਲਮਾਨ ਜਵਾਨ ਨੂੰ ਇਹ ਸਮਝ ਕੇ ਕਿ ਉਹਦਾ ਕੋਈ ਪਾਕਿਸਤਾਨੀ ਟੈਰਰਿਸਟ ਨਾਲ ਕੰਟੈਕਟ ਸੀਗਾ ਅਕ੍ਰੋਸ ਦਾ ਬਾਰਡਰ, ਇੱਕ ਮੌਬ ਨੇ ਉਹਨੂੰ ਉੱਥੇ ਮਾਰਿਆ। ਹੀ ਵਾਸ ਕਿਲਡ। ਤਾਂ ਕੋਈ ਸਬੂਤ ਨਹੀਂ ਮਿਲਿਆ ਕਿ ਉਹਦਾ ਕੋਈ ਇਹੋ ਜਿਹਾ ਕੰਟੈਕਟ ਸੀਗਾ। ਤੇ ਮੈਂ ਕਹਿ ਰਿਹਾ ਹੈਗਾ ਪ੍ਰਾਈਮ ਜਿਹੜੀ ਕੰਸੀਡਰੇਸ਼ਨ ਇੱਥੇ ਹੈਗੀ ਹੈ ਕਿ ਮਾਈਨੋਰਿਟੀ ਨੂੰ ਡੈਲੀਬਰੇਟਲੀ ਟਾਰਗੇਟ ਕੀਤਾ ਜਾ ਰਿਹਾ ਹੈਗਾ। ਉਹਦੇ ਬਾਅਦ ਪੋਲੀਟੀਕਲ ਪਾਰਟੀਆਂ ਵਿੱਚ ਆਉਂਦੀਆਂ ਨੇ, ਦੇਖਦੀਆਂ ਨੇ ਸਾਡਾ ਕਿੱਥੇ ਕਿੰਨਾ ਫਾਇਦਾ ਹੈਗਾ ਹੈ, ਉਹਦੇ ਮੁਤਾਬਿਕ ਉਹ ਅੱਗੇ ਚੱਲ ਰਹੀਆਂ ਨੇ। ਜਿਹੜਾ
ਬੀਫ ਪੈਨ ਆ ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ, JNK ਦੇ ਵਿੱਚ ਵੀ ਇਸ ਰਾਜਨੀਤੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਬਲ ਸਾਹਿਬ ਨੇ ਦੱਸਿਆ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਨੇ, ਬਿਹਾਰ ਦੇ ਵਿੱਚ ਇਕਨੋਮੀ ਨੂੰ ਜਾਂ ਬਿਹਾਰ ਦੀ ਜਿਹੜੀ ਰਾਜੀ ਸਥਿਤੀ ਸੀ ਉਸ ਦੇ ਫਾਈਨੈਂਸ਼ੀਅਲਸ ਨੂੰ ਦੇਖ ਕੇ ਵੋਟਰਾਂ ਨੂੰ ਬੜੀ ਚਾਹਨ ਸੀ ਕਿ ਪਾਰਟੀ ਆਪਣੀ ਵੱਖ-ਵੱਖ ਪਾਲਿਸੀਜ਼ ਲੈ ਕੇ ਆਉਣਗੀਆਂ, ਉਸ ਦੇ ਅਨੁਸਾਰ ਉਹ ਪਾਰਟੀਆਂ ਦਾ ਸਮਰਥਨ ਕਰਨਗੇ। ਕਿਤੇ ਨਾ ਕਿਤੇ ਬੀਫ ਦੀ ਆੜ ਦੇ ਵਿੱਚ ਜਿਹੜਾ ਚੋਣਾਂ ਦਾ ਮੁੱਦਾ ਸੀ ਉਹ ਬਿਹਾਰ ਦੇ ਵਿੱਚੋਂ ਇਕਨੋਮੀ ਦਾ ਮੁੱਦਾ ਪਛੜ ਕੇ ਇਹ ਜਾਤ-ਪਾਤ ਦੇ ਨਾਂ 'ਤੇ ਜਾਂ ਧਰਮ ਦੇ ਨਾਂ 'ਤੇ ਮੁੱਦੇ ਨੂੰ ਪਹਿਲ ਦਿੱਤੀ ਜਾਊਗੀ। ਰਿਹਾ ਸੀਗਾ ਜਿੱਥੇ ਤੱਕ ਇਹ ਲੜਾਈ ਸੀਗੀ ਬੈਕਵਰਡ ਕਾਸਟ ਸਾਰੇ ਪਿਛੜੀ ਜਾਤੀਆਂ ਉਹ ਲਾਲੂ ਤੇ ਨਿਤੀਸ਼ ਉਹਨਾਂ ਤੇ ਫੋਕਸ ਕਰ ਰਹੇ ਸੀਗੇ, ਫਾਰਵਰਡ ਕਾਸਟ ਅਪਰ ਕਾਸਟ ਤੇ ਬੀਜੇਪੀ ਦਾ ਫੋਕਸ ਸੀਗਾ। ਹੁਣ ਬੀਜੇਪੀ ਨੂੰ ਇਹ ਕਾਸਟ ਕੰਬੀਨੇਸ਼ਨ 'ਚ ਨੁਕਸਾਨ ਹੁੰਦਾ ਹੈਗਾ, ਬੈਕਵਰਡ ਕਾਸਟ ਦਾ ਨੰਬਰ ਕਿਤੇ ਜ਼ਿਆਦਾ ਹੈਗਾ। ਇਸ ਕੰਸੋਲੀਡੇਸ਼ਨ ਨੂੰ ਤੋੜਨ ਦਾ ਸਭ ਤੋਂ ਇਫੈਕਟਿਵ ਤਰੀਕਾ ਰਿਲੀਜਨ ਹੈਗਾ, ਕਿਉਂਕਿ ਰਿਲੀਜਨ ਕਾਸਟ ਕੰਸੋਲੀਡੇਸ਼ਨ ਨੂੰ ਤੋੜ ਸਕਦਾ ਹੈਗਾ। ਇਹ ਅਸੀਂ ਪਿਛਲੇ ਇਲੈਕਸ਼ਨ ਯੂਪੀ 'ਚ ਦੇਖਿਆ ਸੀਗਾ ਜਿੱਥੇ ਮੋਦੀ ਦਾ ਇੰਨਾ ਅਸਰ ਸੀਗਾ ਕਿ 60-70 ਸੀਟਾਂ 80 ਤੋਂ ਮੋਦੀ ਨੂੰ ਮਿਲੀ ਸੀ। ਤੇ ਬਿਹਾਰ ਦੀ ਜਿਹੜੀ ਹੈਗੀ ਉਹਦੇ ਅਗੇਂਸਟ ਉਹਨਾਂ ਦਾ ਮੋਸਟ ਇੰਪੋਰਟੈਂਟ ਜਿਹੜਾ ਸਟੈਪ ਹੈਗਾ ਰਿਲੀਜੀਅਸ ਪੋਲਿਟਿਕਸ। ਸੋ ਕਿਤੇ ਨਾ ਕਿਤੇ ਬੀਜੇਪੀ ਜਿਨ੍ਹਾਂ ਦੇ ਕਾਫੀ ਐਮਪੀਜ਼ ਵੀ ਸਾਕਸ਼ੀ ਮਹਾਰਾਜ ਦੀ ਗੱਲ ਕੀਤੀ ਜਾਵੇ, ਹੋਰ ਵੀ ਕਈ ਉੱਚ ਕੋਟੀ ਦੇ ਨੇਤਾ ਨੇ ਜੋ ਬਿਆਨਬਾਜ਼ੀ ਦੇ ਵਿੱਚ ਪੈ ਗਏ ਨੇ, ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਵੱਲੋਂ ਉਹਨਾਂ ਐਮਪੀਜ਼ ਨੂੰ ਜਾਂ ਮੰਤਰੀਆਂ ਨੂੰ ਕੋਈ ਸ਼ਹਿ ਦਿੱਤੀ ਜਾ ਰਹੀ ਆ ਕਿ ਧਰਮ ਦੇ ਨਾਮ 'ਤੇ ਕੌਮ ਨੂੰ ਜੇ ਵੰਡਿਆ ਜਾਵੇ ਤਾਂ ਉਸ ਦੇ ਨਾਲ ਵੋਟ ਬੈਂਕ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ। ਮੈਂ ਤੇ ਕਹੂੰਗਾ ਜੀ ਇਨਕਰੇਜਮੈਂਟ ਦਿੱਤੀ ਜਾ ਰਹੀ ਹੈਗੀ ਇਸ ਘਟਨਾ ਦੇ ਬਾਅਦ। ਹਰ ਰੋਜ਼ ਇਹ ਇਲਾਕਾ ਮਹੇਸ਼ ਸ਼ਰਮਾ ਜਿਹੜਾ ਕਲਚਰ ਮਿਨਿਸਟਰ ਹੈਗਾ ਉੱਥੇ ਰੋਜ਼ ਜਾ ਕੇ ਸਟੇਟਮੈਂਟਸ ਦੇ ਰਿਹਾ ਹੈ ਮੌਬ ਦੇ ਸਪੋਰਟ ਤੇ, ਜਿਨ੍ਹਾਂ ਨੇ ਇਹ ਅਟੈਕ ਕੀਤਾ ਹੈਗਾ, ਲੋਕਾਂ ਨੂੰ ਮਾਰਿਆ ਹੈਗਾ, ਉਹਨਾਂ ਦੇ ਸਪੋਰਟ ਤੇ। ਤੇ ਦੇਖੋ ਜਿਹੜੀ ਫੈਮਿਲੀ ਜਿਹਦੇ ਬੜੇ ਕਹਿ ਰਹੇ ਹੈਗੇ ਉੱਥੇ ਇੱਕ ਮੁੰਡਾ 에ਅਰ ਫੋਰਸ ਭਰਤੀ ਹੈਗਾ, ਉਹ ਇਹਨਾਂ ਨੇ ਪੂਰੀ ਇੰਡੀਆ ਨੂੰ ਡੈਡੀਕੇਸ਼ਨ ਨਾਲ ਸਰਵ ਕੀਤਾ ਹੈਗਾ। ਕੋਈ ਇਸ ਗੱਲ ਨੂੰ ਲੈ ਕੇ ਕੋਈ ਵੀ ਬੀਜੇਪੀ ਵਾਲਾ ਕੋਈ ਗੱਲ ਨਹੀਂ ਕਰ ਰਿਹਾ ਹੈ। ਮਹੇਸ਼ ਸ਼ਰਮਾ ਦੀ ਪ੍ਰੋਵੋਕੇਟਿਵ ਸਟੇਟਮੈਂਟਸ ਹੈਗੀਆਂ। ਨਰਿੰਦਰ ਮੋਦੀ ਜੋ ਹਰ ਚੀਜ਼ ਤੇ ਕੋਈ ਨਾ ਕੋਈ ਟਵੀਟ ਕਰ ਦਿੰਦੇ ਹੈਗੇ, ਹੁਣ ਤੱਕ ਇੱਕ ਸਟੇਟਮੈਂਟ ਨਹੀਂ ਦਿੱਤੀ ਕਿ ਇਹੋ ਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਨੇ। ਨਾਲ ਤੁਸੀਂ ਦੇਖੋ ਪੋਲੀਟੀਕਲ ਪਾਰਟੀਆਂ ਇੰਨੀ ਲਿਮਿਟ ਕਰ ਗਈਆਂ ਨੇ ਕਿ ਖਾਸ ਕਰਕੇ ਸਾਨੂੰ ਸਿੱਖਾਂ ਨੂੰ ਐਜ਼ ਮਾਈਨੋਰਿਟੀਜ਼ ਇਨ ਇੰਡੀਆ ਇਹ ਗੱਲ ਪੁੱਛਣੀ ਚਾਹੀਦੀ ਹੈ ਕਿ ਤੁਸੀਂ ਅਕਾਲੀ ਦਲ ਦੀ ਕਨਸਟੀਟਿਊਸ਼ਨ ਦੇਖੋ, ਉਹ ਕਨਸਟੀਟਿਊਸ਼ਨ ਇਹ ਨਹੀਂ ਕਹਿੰਦੀ ਕਿ ਅਸੀਂ ਸਿੱਖਾਂ ਦੀ ਰਾਈਟਸ ਲਈ ਲੜਾਈ ਲੜਾਂਗੇ, ਉਹ ਕਹਿੰਦਾ ਹੈਗਾ ਕਿ ਅਸੀਂ ਮਾਈਨੋਰਿਟੀਜ਼ ਦੀ ਰਾਈਟ ਦੀ ਪ੍ਰੋਟੈਕਸ਼ਨ ਲਈ ਇਹ ਪਾਰਟੀ ਐਗਜ਼ਿਸਟ ਕਰਦੀ ਹੈਗੀ। ਪਰ ਕਦੇ ਉਹਨਾਂ ਨੇ ਮਾਈਨੋਰਿਟੀ ਰਾਈਟ ਦੇ ਬਾਰੇ ਕਦੇ ਗੱਲ ਨਹੀਂ ਕੀਤੀ। ਆ ਜੋ ਬੀਜੇਪੀ ਦੇ ਨਾਲ ਉੱਥੇ ਖਲੋਤੇ ਨੇ, ਪਰ ਕਦੇ ਉਹਨਾਂ ਨੇ ਉੱਠ ਕੇ ਇਹ ਨਹੀਂ ਪੁੱਛਿਆ ਕਿ ਅਸੀਂ ਮਾਈਨੋਰਿਟੀਜ਼ ਬਾਰੇ ਕੀ ਕਰ ਰਹੇ ਹੈਗੇ। ਜੇ ਗੱਲ ਅਕਾਲੀ ਦਲ ਦੀ, ਜੇ ਰੀਜਨਲ ਦੀ ਪਾਰਟੀ ਦੀ ਗੱਲ ਕੀਤੀ ਜਾਵੇ ਕਿ ਇਹ ਜਿਹੜਾ ਬੀਫ ਦਾ ਮੁੱਦਾ JNK ਦੇ ਵਿੱਚ ਵੀ ਫੈਲਿਆ ਹੋਇਆ, ਪੰਜਾਬ ਦੇ ਵਿੱਚ ਇਸ ਦੇ ਕੋਈ ਅਸਰ ਹਨ ਜਾਂ ਨਹੀਂ? ਦੇਖੋ ਜੀ ਡਾਇਰੈਕਟ ਅਸਰ ਤੇ ਕੋਈ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਆਪਣਾ ਐਗਜ਼ਾਮਪਲ ਦਿੰਦਾ। ਮੈਂ ਜਦੋਂ ਜਲੰਧਰ ਚ ਇੰਡੀਅਨ ਐਕਸਪ੍ਰੈਸ ਲਈ ਪੋਸਟਡ ਸੀਗਾ ਐਜ਼ ਅ ਕਰਸਪੋਂਡੈਂਟ, ਆਮ ਤੌਰ ਤੇ ਟ੍ਰੇਨਾਂ ਜਾਂਦੀਆਂ ਨੇ ਪੰਜਾਬ ਤੋਂ ਕੈਲਕਟਾ ਵੱਲ, ਜਿਹਦੇ ਚ ਜਿਹੜੇ ਕਿਸਾਨਾਂ ਨੂੰ ਜਿਹੜੇ ਬੈਲ ਗਾਵਾਂ ਮੱਝਾਂ ਜਿਹੜੀ ਉਮਰ ਤੋਂ ਜ਼ਿਆਦਾ ਜਿਨ੍ਹਾਂ ਦਾ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਡਿਸਪੋਜ਼ ਆਫ ਕੀਤਾ ਜਾਂਦਾ ਹੈ। ਸਾਰਿਆਂ ਨੂੰ ਪਤਾ ਹੈਗਾ ਕਿ ਕਿਸਾਨੀ ਤੁਸੀਂ ਇਫੈਕਟਿਵਲੀ ਐਫੀਸ਼ੀਐਂਟਲੀ ਕਰਨੀ ਹੈਗੀ ਹੈ, ਤੁਸੀਂ ਇਹਨਾਂ ਨੂੰ ਨਹੀਂ ਪਾਲ ਸਕਦੇ। ਜਾਂ ਤੇ ਸਰਕਾਰ ਆ ਕੇ ਅਲਾਉਂਸ ਦੇ, ਸਰਕਾਰ ਕੋਈ ਅਲਾਉਂਸ ਨਹੀਂ ਦਿੰਦੀ, ਜਾਂ RSS ਇਹਨਾਂ ਨੂੰ ਸਾਂਭੇ, RSS ਇਹਨਾਂ ਨੂੰ ਨਹੀਂ ਸਾਂਭਦੀ ਹੈਗੀ। ਉੱਥੇ ਬਜਰੰਗ ਦਲ ਨੇ ਇਸ ਟ੍ਰੇਡ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ। ਉਹ ਟ੍ਰੇਡ ਦੀ ਲੋਡਿੰਗ ਪੁਆਇੰਟ ਉਹਨਾਂ ਨੇ ਪਿੰਡਾਂ 'ਚ ਜਾ ਕੇ ਸ਼ਿਫਟ ਕਰਤੀ ਸੀਗੀ ਜਿੱਥੇ RSS ਨਹੀਂ ਘੁਸ ਪਾਈ ਸੀਗੀ ਤੇ ਟ੍ਰੇਡ ਚੱਲਦਾ ਰਿਹਾ ਸੀਗਾ। ਇਹ ਟ੍ਰੇਡ ਇਸ ਲਈ ਚੱਲਦਾ ਹੈਗਾ ਕਿਉਂਕਿ ਅਗਰ ਤੁਸੀਂ ਕਿਸਾਨੀ ਐਫੀਸ਼ੀਐਂਟਲੀ ਕਰਨੀ ਹੈ, ਕਿਸਾਨ ਨੇ ਆਪਣਾ ਕੰਮ ਕਰਨਾ ਹੈਗਾ ਤੇ ਇਹ ਟ੍ਰੇਡ ਜ਼ਰੂਰੀ ਹੈਗਾ, ਨਹੀਂ ਤੇ ਇੰਨਾ ਨੁਕਸਾਨ ਹੋਊਗਾ ਕਿਸਾਨ ਦਾ। ਤੇ ਇਹ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈਗਾ? ਸਰਕਾਰ ਤੇ ਕੁਝ ਨਹੀਂ ਕਰ ਰਹੀ ਇਹਦੇ ਬਾਰੇ। ਸੋ ਜਿਹੜੇ ਸਲਾਟਰ ਹਾਊਸ ਚੱਲਦੇ ਨੇ ਜਾਂ ਜਿਹੜੇ ਗਾਵਾਂ ਦੇ ਮਾਸ ਦੀ ਵਿਕਰੀ ਹੁੰਦੀ ਆ, ਚਾਹੇ ਸਲਾਟਰ ਕਰਨ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ, ਉਹ ਸਾਰਾ ਕੁਝ ਸਰਕਾਰ ਦੀ ਨਜ਼ਰ ਦੇ ਜਾਂ ਦੇਖ ਰੇਖ ਦੇ ਅਧੀਨ ਹੀ ਹੁੰਦਾ। ਜੀ ਬੜੇ ਕਲੀਅਰਲੀ ਦੇਖੋ, ਬੀਜੇਪੀ ਜਿੰਨਾ ਮਰਜ਼ੀ ਕਹੇ ਬੰਗਾਲ 'ਚ ਇਹ ਟ੍ਰੇਡ ਇੰਨਾ ਲੂਕਰੇਟਿਵ ਹੈਗਾ ਕਿ ਬੰਗਾਲ 'ਚ ਬੀਜੇਪੀ ਵਾਲਿਆਂ ਨੇ ਆਪੇ ਪ੍ਰੋਟੈਸਟ ਕੀਤੇ ਹੈਗੇ ਕਿ ਕਾਊ ਸਲਾਟਰ ਨੂੰ ਅਲਾਉ ਕਰੋ ਤੁਸੀਂ। ਨਾਲ ਹੀ ਜਿਹੜੀ ਹੈਗੀਆਂ ਨੇ ਜਿੱਥੇ ਸਲਾਟਰ ਗਾਵਾਂ ਦਾ ਨਹੀਂ ਅਲਾਉਡ ਹੈ, ਮੱਝਾਂ ਦਾ ਸਲਾਟਰ ਬੰਗਾਲ 'ਚ ਹੁੰਦਾ ਹੈਗਾ।
ਗਾਵਾਂ ਨੂੰ ਬਾਰਡਰ ਕ੍ਰਾਸ ਕਰਾਇਆ ਜਾਂਦਾ ਹੈਗਾ ਬੀਐਸਐਫ ਦੇ ਕੋਆਪਰੇਸ਼ਨ ਨਾਲ। ਪਰ ਹੈਡ ਬੀਐਸਐਫ ਵਾਲੇ ਆਪਣੇ ਜੇਬ 'ਚ ਪੈਸਾ ਪਾਉਂਦੇ ਹੈਗੇ ਇਹਨਾਂ ਨੂੰ ਬੰਗਲਾਦੇਸ਼ ਭੇਜਣ ਲਈ। ਉੱਥੇ ਜਾ ਕੇ ਗਾਵਾਂ ਦਾ ਸਲੌਟਰ ਹੁੰਦਾ। ਇਹ ਸਾਰਿਆਂ ਨੂੰ ਪਤਾ ਹੈਗਾ। ਸਰਕਾਰ ਰੋਕਣਾ ਚਾਹੁੰਦੀ ਹੈ, ਐਕਸ਼ਨ ਲੈਣਾ ਚਾਹੁੰਦੀ ਹੈ, ਕਿਤੇ ਵੀ ਲੈ ਸਕਦੀ ਸੀਗੀ। ਉਹਨਾਂ ਨੂੰ ਇਹਦੇ 'ਚ ਕੋਈ ਇੰਟਰਸਟ ਨਹੀਂ ਹੈ, ਨਾ ਹੀ ਆਰਐਸਐਸ ਨੂੰ ਕੋਈ ਗਊਸ਼ਾਲਾ ਜਾਂ ਗਊ ਪ੍ਰੋਟੈਕਸ਼ਨ ਦਾ ਇੰਟਰਸਟ ਹੈਗਾ। ਸਿਰਫ ਜਦੋਂ ਮੁੱਦਾ ਪੋਲੀਟੀਕਲ ਹੁੰਦਾ ਹੈਗਾ ਤੇ ਇਹ ਲੋਕ ਸਾਹਮਣੇ ਆ ਜਾਂਦੇ ਨੇ। ਜੇ ਗੱਲ ਆਮ ਜਨਤਾ ਦੀ ਕੀਤੀ ਜਾਵੇ ਤਾਂ ਆਮ ਜਨਤਾ ਦੇ ਕੀ ਵਿਊ ਨੇ ਕਿ ਜਿਹੜਾ ਬੀਫ ਬੈਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਹਾਲਾਂਕਿ ਆਪਣਾ ਵੋਟ ਬੈਂਕ ਜਿਵੇਂ ਤੁਸੀਂ ਦੱਸਿਆ ਮਜ਼ਬੂਤ ਕਰ ਰਹੀਆਂ ਨੇ, ਪਰ ਆਮ ਲੋਕ ਕੀ ਚਾਹੁੰਦੇ ਨੇ ਕਿ ਲੋਕਾਂ ਦਾ ਜਿਹੜਾ ਫਰੀडम ਵਟ ਟੂ ਈਟ ਵਟ ਟੂ ਵੀਅਰ ਉਹ ਖੋਇਆ ਜਾਵੇ ਜਾਂ ਸਰਕਾਰ ਵੱਲੋਂ ਉਹਨਾਂ ਨੂੰ ਡਿਕਟੇਟ ਕੀਤਾ ਜਾਵੇ ਕਿ ਉਹ ਕੀ ਖਾ ਸਕਦੇ ਨੇ ਜਾਂ ਕੀ ਪਹਿਨ ਸਕਦੇ ਨੇ? ਇਹ ਤੇ ਸਾਨੂੰ ਮੰਨਣਾ ਪਊਗਾ ਕਿ ਬੀਫ ਨਾਲ ਕਈ ਹਿੰਦੀ ਬੈਲਟ 'ਚ ਬੜੇ ਸਟਰੋਂਗ ਸੈਂਟੀਮੈਂਟਸ ਜੁੜੇ ਹੋਏ ਹੈਗੇ। ਇਹਨਾਂ ਦੇ ਸੈਂਟੀਮੈਂਟ ਦੀ ਕਦਰ ਵੀ ਕਰਨੀ ਚਾਹੀਦੀ ਹੈ, ਪਰ ਕੋਈ ਵੀ ਸੈਂਟੀਮੈਂਟ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਗੁਆਂਢ ਜਾ ਕੇ ਕਿਸੇ ਬੰਦੇ ਨੂੰ ਕਿਸੇ ਚੀਜ਼ ਖਾਣ ਦੇ ਪਿੱਛੇ ਤੁਸੀਂ ਉਹਨਾਂ ਨੂੰ ਮਾਰ ਦਿਓ। ਇਹ ਲਾਈਨ ਕ੍ਰਾਸ ਨਹੀਂ ਕੋਈ ਕਰ ਸਕਦਾ, ਕੋਈ ਸਿਵਲਾਈਜ਼ ਸੋਸਾਇਟੀ ਨਹੀਂ ਕਰ ਸਕਦੀ। ਇਹਦੇ ਇਲਾਵਾ ਤੁਸੀਂ ਦੇਖੋ ਇੰਡੀਆ 'ਚ ਕਈ ਕਮਿਊਨਿਟੀਜ਼ ਨੇ, ਬੈਕਵਰਡ ਦਲਿਤ ਕਮਿਊਨਿਟੀਜ਼ ਹੈ, ਰਿਲੀਜੀਅਸ ਕਮਿਊਨਿਟੀਜ਼ ਹੈਗੀ। ਸਾਊਥ 'ਚ ਅਪਰ ਕਾਸਟ ਵੀ ਕਈ ਇਹੋ ਜਿਹੀ ਕਮਿਊਨਿਟੀਜ਼ ਹਨ ਜਿਹੜੀ ਬੀਫ ਕੰਜ਼ਿਊਮ ਕਰਦੀ ਹੈਗੀ। ਤੇ ਤੁਸੀਂ ਲੋਕੇਸ਼ਨ ਬਾਈ ਲੋਕੇਸ਼ਨ ਇਹ ਚੀਜ਼ਾਂ ਤੇ ਐਕਸ਼ਨ ਲਓ। ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਊਂਗਾ ਕਿ ਬੀਜੇਪੀ ਦਾ ਮੈਜੋਰਿਟੇਰੀਅਨਿਜ਼ਮ ਮੈਂ ਕਹਿੰਦਾ ਹੈਗਾ। ਬੀਜੇਪੀ ਨੇ ਇਹ ਕਹਿ ਕੇ J&K 'ਚ ਬੀਫ ਬੈਨ ਲਗਵਾਤਾ ਹੈਗਾ ਕਿ ਉੱਥੇ ਹਿੰਦੂ ਮਾਈਨੋਰਿਟੀ ਦੀ ਸੈਂਸਿਬਿਲਿਟੀਜ਼ ਅਫੈਕਟ ਹੁੰਦੀਆਂ ਨੇ। ਅੱਜ ਤਿੱਕਰ ਬੀਜੇਪੀ ਨੇ ਪੰਜਾਬ 'ਚ ਸਮੋਕਿੰਗ ਬੈਨ ਸਪੋਰਟ ਕੀਤਾ ਹੈ। ਪੰਜਾਬ 'ਚ ਜਲੂਸ ਨਿਕਾਲੇ ਗਏ ਸੀ ਕਿ 84 'ਚ ਕਿ ਜੀ ਅਸੀਂ ਸਿਗਰਟ ਬੀੜੀ ਪੀਵਾਂਗੇ, ਸ਼ਾਨ ਨਾਲ ਪੀਵਾਂਗੇ। ਇਹ ਪਾਰਟੀ ਇਹ ਨਹੀਂ ਚਾਹੁੰਦੀ ਕਿ ਮਾਈਨੋਰਿਟੀ ਸੈਂਟੀਮੈਂਟ ਜਾਂ ਮੈਜੋਰਿਟੀ ਸੈਂਟੀਮੈਂਟ ਕਿਸੇ ਸਟੇਟ 'ਚ ਰਿਸਪੈਕਟ ਹੋਣ। ਸਿਰਫ ਇੱਕ ਰਿਲੀਜਨ ਵਿਸ਼ੇਸ਼ ਦੀ ਸੈਂਟੀਮੈਂਟ ਬਾਰੇ ਗੱਲ ਕਰ ਰਹੇ ਹੈਗੇ। ਤੇ ਮੈਂ ਕਹਿੰਦਾ ਹੈਗਾ, ਮੈਂ ਤੇ ਚਾਹੁੰਦਾ ਕਿ ਕਿਸੇ ਤਰ੍ਹਾਂ ਦਾ ਬੈਨ ਨਾ ਹੋਵੇ, ਪਰ ਅਗਰ ਬੈਨ ਹੋਣਾ ਹੀ ਹੈਗਾ ਤਾਂ ਸਮੋਕਿੰਗ ਬੈਨ ਕਿਤੇ ਜ਼ਿਆਦਾ ਹੈਲਦੀ ਹੈਗਾ ਬੀਫ ਬੈਨ। ਜਦੋਂ ਅਸੀਂ ਪੰਥਕ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਮੈਨੂੰ ਗੱਲ ਉਹ ਵੀ ਯਾਦ ਆਉਂਦੀ ਆ ਕਿ ਅੰਮ੍ਰਿਤਸਰ ਸਾਹਿਬ ਨੂੰ ਖਾਸ ਕਰਕੇ ਕਿ ਇੱਕ ਹਿਸਟੋਰੀਕਲ ਤੇ ਇੱਕ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਗਈ ਸੀ। ਕਿ ਅਜਿਹੇ ਮੁੱਦੇ ਵੀ ਫਿਊਚਰ ਦੇ ਵਿੱਚ ਪਟ ਸਕਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਕੀਤੀ ਜਾਵੇ ਕਿ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਵੇ? ਦੇਖੋ ਜੀ, ਇਹ ਤੇ ਤੁਸੀਂ ਜਿਹੜਾ ਸਵਾਲ ਹੈਗਾ ਪੰਥਕ, ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹਿੰਦਾ ਹੈਗਾ, ਕਾਹਦਾ ਪੰਥਕ ਹੈਗਾ? ਉਹ ਬੀਜੇਪੀ ਦੀ ਸੈਕੰਡ ਵਿੰਗ ਬਣ ਕੇ ਰਹਿ ਗਈ ਹੈਗੀ ਹੈ। ਇੰਡੀਆ 'ਚ ਕੋਈ 50, 100, 150 ਪਵਿੱਤਰ ਨਗਰੀਆਂ ਡਿਕਲੇਅਰ ਹੋ ਗਈਆਂ ਨੇ, ਸੀਕ੍ਰੇਟ ਸਿਟੀਜ਼, ਪਰ ਅੰਮ੍ਰਿਤਸਰ ਦੀ ਇਹ ਡਿਕਲੇਰੇਸ਼ਨ ਹੁਣ ਤੱਕ ਅੱਜ ਤੱਕ ਨਹੀਂ ਹੋਈ ਹੈਗੀ। ਇਹਦੇ ਬਾਰੇ ਕੀ ਕਰ ਰਿਹਾ ਹੈਗਾ? ਕੀ ਕਹਿੰਦਾ ਹੈਗਾ? ਚੁੱਪ ਕਿਉਂ ਬੈਠਾ ਹੋਇਆ ਹੈ? ਫੰਡਸ ਅੰਮ੍ਰਿਤਸਰ 'ਚ ਕਿਉਂ ਨਹੀਂ ਆ ਰਹੇ? ਘੱਟੋ ਘੱਟ ਅਗਰ ਤੁਹਾਨੂੰ ਇਹ ਸਭ ਚੀਜ਼ਾਂ ਦਾ, ਅਗਰ ਤੁਸੀਂ ਬੀਫ ਬੈਨ ਸਪੋਰਟ ਕਰ ਰਹੇ ਹੋ ਤਾਂ ਤੁਸੀਂ ਸਮੋਕਿੰਗ ਬਾਰੇ ਕੀ ਚਾਹੁੰਦੇ ਹੋ? ਤੁਹਾਡੀ ਪੋਜੀਸ਼ਨ ਕੀ ਹੈਗੀ ਹੈ? ਤੁਸੀਂ ਕਿੱਥੇ ਖਲੋਂਦੇ ਹੋ ਇਹ ਚੀਜ਼ਾਂ ਨੂੰ ਲੈ ਕੇ? ਕੋਈ ਇਹੋ ਜਿਹੀ ਚੀਜ਼ ਅਕਾਲੀ ਦਲ ਸਾਹਮਣੇ ਆ ਕੇ ਕਦੇ ਨਹੀਂ ਗੱਲ ਕਰਦੀ ਹੈ। ਹੁਣ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਰਾਜਨੀਤਿਕ ਮਾਹੌਲ ਦੀ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਜਪਾ ਨੇ ਕਾਫੀ ਵੱਡੀ ਮੈਜੋਰਟੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਕੀਤੀ ਸੀ। ਉਸ ਤੋਂ ਬਾਅਦ ਰਾਜ ਪੱਧਰੀ ਇਲੈਕਸ਼ਨ ਵੀ ਹੋਏ। ਮਹਾਰਾਸ਼ਟਰ ਤੇ ਹਰਿਆਣਾ ਦੇ ਵਿੱਚ ਜਿੱਤ ਤਾਂ ਪ੍ਰਾਪਤ ਕੀਤੀ, ਕੋਈ ਐਡੀ ਵੱਡੀ ਬਹੁਮਤ ਪ੍ਰਾਪਤ ਨਹੀਂ ਹੋ ਸਕਿਆ। J&K ਦੇ ਵਿੱਚ ਆਸਾਂ ਦੇ ਅਨੁਸਾਰ ਜਿੱਤ ਨਹੀਂ ਪ੍ਰਾਪਤ ਹੋ ਸਕੀ। ਸੋ ਜਿੰਨੇ ਵੀ ਪ੍ਰੋਵਿੰਸ਼ੀਅਲ ਲੈਵਲ ਤੇ ਇਲੈਕਸ਼ਨ ਹੋਏ, ਉਸ ਤੋਂ ਬਾਅਦ ਦਿੱਲੀ 'ਚ ਇਲੈਕਸ਼ਨ ਹੋਏ, ਦਿੱਲੀ ਦੇ ਵਿੱਚੋਂ ਆਲਮੋਸਟ 3 ਸੀਟਾਂ ਹੀ ਜਿੱਤ ਪਾਏ। ਉਸ ਤੋਂ ਬਾਅਦ ਬਿਹਾਰ ਦੇ ਉੱਤੇ ਭਾਜਪਾ ਦੀਆਂ ਬਹੁਤ ਵੱਡੀਆਂ ਆਸਾਂ ਲੱਗੀਆਂ ਹੋਈਆਂ ਨੇ। ਦੂਜੇ ਪਾਸੇ ਜਿਹੜੀਆਂ ਸਮਾਜਵਾਦੀ ਪਾਰਟੀ ਤੇ ਜਨਤਾ ਪਾਰਟੀ, ਉਸ ਨੇ ਆਪਣੀ ਪੋਲੀਟੀਕਲ ਆਈਡੀਓਲੋਜੀ ਨੂੰ ਤਾਂ ਆਪਣੇ ਆਪਸੀ ਵਾਦ ਵਿਵਾਦ ਨੂੰ ਛੱਡ ਕੇ ਵੀ ਸਮਝੌਤੇ ਕੀਤੇ ਨੇ, ਕਾਂਗਰਸ ਪਾਰਟੀ ਦੇ ਨਾਲ ਕੀਤੇ ਨੇ। ਉਹੀ ਲਾਲੂ ਯਾਦਵ, ਉਹੀ ਨਿਤਿਸ਼ ਕੁਮਾਰ ਯਾਦਵ, ਉਹੀ ਕਾਂਗਰਸ ਪਾਰਟੀ, ਉਹਨਾਂ ਨੇ ਸਮਝੌਤਾ ਕੀਤਾ। ਬਲ ਸਾਹਿਬ, ਜਿਹੜਾ ਅੱਜ ਕੱਲ੍ਹ ਦਾ ਇਲੈਕਸ਼ਨ ਮਾਹੌਲ ਆ ਬਿਹਾਰ ਦੇ ਵਿੱਚ, ਉਸ ਦੇ ਵਿੱਚ ਕਿਹੜੀਆਂ ਪਾਰਟੀਆਂ ਅੱਗੇ ਪੋਲ ਦੇ ਵਿੱਚ ਜਾ ਰਹੀਆਂ ਨੇ ਤੇ ਕਿਹੜੀਆਂ ਪਛੜ ਰਹੀਆਂ ਨੇ? ਦੇਖੋ ਜੀ, ਬਿਹਾਰ 'ਚ ਮੈਂ ਸੈਡ ਕਿ ਉਹ ਜਾਤੀ ਨੂੰ ਲੈ ਕੇ ਜਿੰਨੀ ਡਿਵੀਜ਼ਨ ਹੈਗੀ ਹੈ, ਇਹ ਕਹਿਣਾ ਅੱਗੇ ਕੌਣ ਚੱਲ ਰਿਹਾ ਨਹੀਂ ਚੱਲ ਰਿਹਾ। ਤੁਸੀਂ ਬਿਹਾਰ 'ਚ ਅਗਰ ਕਿਸੇ ਨਾਲ ਗੱਲ ਕਰਦੇ ਹੋ, ਤੁਸੀਂ ਇਹ ਪੁੱਛ ਲਓ ਉਹਦੀ ਕਾਸਟ ਕੀ ਹੈਗੀ ਹੈ, ਤੁਸੀਂ ਪ੍ਰਿਡਿਕਟ ਕਰ ਸਕਦੇ ਹੋ ਕਿਸ ਪਾਰਟੀ ਦੇ ਬਾਰੇ ਕਹੂਗਾ ਕਿ ਇਹ ਅੱਗੇ ਚੱਲ ਰਹੀ ਹੈਗੀ ਹੈ। ਫਾਰਵਰਡ ਕਾਸਟ ਵਾਲੇ ਕਹਿਣਗੇ ਬੀਜੇਪੀ ਅੱਗੇ ਚੱਲ ਰਹੀ ਹੈਗੀ ਹੈ, ਬੈਕਵਰਡ ਕਾਸਟ ਵਾਲੇ ਕਹਿ ਰਹੇ ਹੈਗੇ ਨੀਤੀਸ਼ ਤੇ ਲਾਲੂ ਕੰਬਾਈਨ ਅੱਗੇ ਚੱਲ ਰਹੀ ਹੈਗੀ। ਪਰ ਇਹ ਇਲੈਕਸ਼ਨ, ਨੈਸ਼ਨਲ ਇਲੈਕਸ਼ਨ ਜਿਹੜਾ ਪਿਛਲੇ ਸਾਲ ਹੋਇਆ ਸੀਗਾ, ਉਹਦੇ ਬਾਅਦ ਤੋਂ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਹੈਗਾ। ਇੱਥੇ ਪਹਿਲੀ ਵਾਰੀ ਇੱਕ ਸਟਰੋਂਗ ਆਪੋਜੀਸ਼ਨ ਨਰਿੰਦਰ ਮੋਦੀ ਦੇ ਸਾਹਮਣੇ ਖਲੋਤੀ ਹੈਗੀ ਹੈ।
ਨਰਿੰਦਰ ਮੋਦੀ ਦਾ ਆਪਣਾ ਕੋਈ ਲੋਕਲ ਆਦਮੀ ਨਹੀਂ ਹੈਗਾ। ਨਰਿੰਦਰ ਮੋਦੀ ਆਪ ਡਾਇਰੈਕਟਲੀ ਇਲੈਕਸ਼ਨ ਲੜ ਰਿਹਾ ਹੈਗਾ। 1.5 ਸਾਲ ਦੇ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਕੀ ਡਿਲੀਵਰ ਕੀਤਾ ਹੈ। ਉੱਥੇ ਦੂਜੀ ਤੌਰ ਤੇ ਜਿੱਥੇ ਨੀਤੀਸ਼ ਕੁਮਾਰ ਹੈਗਾ ਉਹ ਸਟਰੋਂਗ ਲੀਡਰ ਇਸ ਲਈ ਹੈਗਾ ਕਿ ਉਹਦੇ ਪਰਫਾਰਮੈਂਸ ਬਾਰੇ ਕਈ ਚੀਜ਼ਾਂ ਕਹੀ ਜਾ ਰਹੀਆਂ ਨੇ, ਕਈ ਚੀਜ਼ਾਂ ਅਜੀਬ ਹੋਈਆਂ ਨੇ ਬਿਹਾਰ 'ਚ ਔਨ ਦਾ ਗਰਾਊਂਡ। ਤੇ ਇਸ ਇਲੈਕਸ਼ਨ ਦਾ ਨਤੀਜਾ ਬਹੁਤ ਇੰਪੋਰਟੈਂਟ ਰਹੇਗਾ। ਅਗਰ ਨਰਿੰਦਰ ਮੋਦੀ ਇਹ ਇਲੈਕਸ਼ਨ ਜਿੱਤ ਸਕਦਾ ਹੈਗਾ ਤੇ ਬੀਜੇਪੀ ਜਿਹੜਾ ਥੋੜਾ ਪਾਰਟੀ ਦਾ ਮੁਰਾਲ ਥੋੜਾ ਡਾਊਨ, ਇੰਨੀ ਵੱਡੀ ਜਿੱਤ ਦੇ ਬਾਅਦ ਪੂਰਾ ਮੁਰਾਲ ਥੱਲੇ ਨਹੀਂ ਆਉਂਦਾ ਹੈਗਾ ਕਿਉਂਕਿ 1.5 ਸਾਲ 'ਚ ਕੁਝ ਔਨ ਦਾ ਗਰਾਊਂਡ ਕੁਝ ਨਹੀਂ ਹੋਇਆ। ਮੋਦੀ ਦੀ ਪ੍ਰੋਮਿਸਿਸ ਦਾ ਡਿਲੀਵਰੀ ਗਰਾਊਂਡ ਤੇ ਕੁਝ ਵੀ ਨਹੀਂ ਦਿਖ ਰਿਹਾ ਹੈਗਾ। ਪਰ ਅਗਰ ਬਿਹਾਰ ਇਲੈਕਸ਼ਨ ਜਿੱਤਦੇ ਹੈਗੇ ਤੇ ਇੱਕ ਸੈਕੰਡ ਵਿੰਡ ਮਿਲੂਗੀ ਇਸ ਸਰਕਾਰ ਨੂੰ। ਪਰ ਅਗਰ ਬਿਹਾਰ ਇਲੈਕਸ਼ਨ ਦਿੱਲੀ ਦੇ ਬਾਅਦ ਇਹ ਫੇਰ ਹਾਰਦੇ ਹੈਗੇ ਤੇ ਇੱਕ ਇੰਟਰਨਲ ਟਰਮੋਇਲ ਜਿਹੜਾ ਬੀਜੇਪੀ ਦੇ ਅੰਦਰ ਹੈਗਾ, ਜਿਹੜਾ ਆਰਐਸਐਸ ਤੇ ਮੋਦੀ ਦੇ ਵਿੱਚ ਥੋੜਾ ਬਹੁਤ ਕਰਾਰ ਦਿਖ ਰਿਹਾ ਹੈ, ਬਾਈਡਨ ਹੋ ਸਕਦਾ ਹੈ। ਅਮਿਤ ਸ਼ਾਹ ਬਾਰੇ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ, ਮੋਦੀ ਦਾ ਰਾਈਟ ਹੈਂਡ ਮੈਨ ਹੈ, ਉਹਦੇ ਬਾਰੇ ਸਵਾਲ ਉੱਠ ਸਕਦੇ ਹੈਗੇ ਤੇ ਇੰਡੀਅਨ ਪੋਲਿਟਿਕਸ ਦਾ ਪੂਰਾ ਜਿਹੜਾ ਰੂਪ ਹੈਗਾ ਉਹ ਬਦਲ ਸਕਦਾ ਹੈ ਬਿਹਾਰ। ਜੇ ਦੂਜੀ ਗੱਲ ਕੀਤੀ ਜਾਵੇ ਕਿ ਇਸ ਰਾਜਨੀਤੀ ਤੋਂ ਬਾਅਦ, ਹਾਲਾਂਕਿ ਜਿਵੇਂ ਤੁਸੀਂ ਦੱਸਿਆ ਕਿ ਨਰਿੰਦਰ ਮੋਦੀ ਖੁਦ ਇਨਵੋਲਵ ਨੇ, ਬਿਹਾਰ ਦੀ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ, ਹੋਰ ਕਈ ਮੁੱਦੇ ਵੀ ਦਿੱਲੀ ਦੇ ਵਿੱਚ ਰਾਜਨੀਤੀ ਦੇ ਵਿੱਚ ਗਰਮਾਏ ਹੋਏ ਨੇ। ਕੁਝ ਦਿਨਾਂ ਪਹਿਲਾਂ ਹੀ ਜਿਹੜੀ ਡੈਡਲਾਈਨ ਸੀਗੀ ਬਲੈਕ ਮਨੀ ਨੂੰ ਜਮ੍ਹਾਂ ਕਰਵਾਉਣ ਦੀ, ਕਾਫੀ ਸਾਰਾ ਧਨ ਸੁਣਨ ਚ ਆ ਰਿਹਾ ਕਿ ਲੋਕਾਂ ਨੇ ਜਮ੍ਹਾਂ ਕਰਵਾਇਆ, ਪਰ ਹਜੇ ਵੀ ਉਸ ਦੀ ਤੁਲਨਾ ਜਿਹੜਾ ਮੋਦੀ ਸਾਹਿਬ ਨੇ ਉਹ ਪ੍ਰੋਮਿਸ ਕੀਤਾ ਸੀ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆਇਆ ਜਾਊਗਾ, ਕਿ ਉਸ ਦੇ ਅਨੁਕੂਲ ਭਾਜਪਾ ਨੂੰ ਇਸ ਦਾ ਬੈਨੀਫਿਟ ਹੋ ਸਕਦਾ ਜਾਂ ਨਹੀਂ? ਕਲੀਅਰ ਹੈਗਾ ਹੁਣ ਤੱਕ ਜਿਸ ਤਰ੍ਹਾਂ ਸਕੀਮ ਚੱਲੀ ਹੈਗੀ ਹੈ ਕਿ ਇਹਦਾ ਬੜਾ ਮਿਨੀਮਲ ਜਾਂ ਲਿਮਿਟਡ ਇੰਪੈਕਟ ਹੋਇਆ। ਇਹਦੇ ਬਾਰੇ ਦੋ ਚਾਰ ਚੀਜ਼ਾਂ ਹੈਗੀਆਂ ਨੇ। ਇੱਕ ਤੇ ਜੀ ਬਾਹਰ ਦਾ ਜਿਹੜਾ ਪੈਸਾ ਹੈਗਾ ਉਹਨੂੰ ਲਾਣਾ ਇੰਨਾ ਸੌਖਾ ਨਹੀਂ ਹੈਗਾ। ਇਹਨਾਂ ਨੇ ਇਲੈਕਸ਼ਨ ਪ੍ਰੋਮਿਸ ਤੇ ਕਰਤੀ ਹੈਗੀ ਹੈ। ਬੈਂਕ ਅੰਡਰਸਟੈਂਡਿੰਗ, ਬੈਂਕ ਟ੍ਰਾਂਜੈਕਸ਼ਨਸ, ਫੋਰਨ ਟ੍ਰੀਟੀਜ਼ ਇੰਨੀ ਛੇਤੀ ਨਹੀਂ ਹੁੰਦੀਆਂ ਨੇ। ਜਿੱਥੇ ਹੁੰਦੀਆਂ ਵੀ ਹੈ ਉੱਥੇ ਸਰਕਾਰ ਦੀ ਕੋਆਪਰੇਸ਼ਨ ਯੂਰਪੀਅਨ ਏਜੰਸੀਜ਼ ਨਾਲ ਚੰਗੀ ਨਹੀਂ ਰਹੀ ਹੈਗੀ ਹੈ। ਯੂਰਪ ਤੋਂ ਆਪ ਸਿਕਿਉਰਿਟੀ ਏਜੰਸੀਜ਼ ਕਹਿ ਰਹੀਆਂ ਨੇ ਕਿ ਇੰਡੀਆ ਵੱਲੋਂ ਬੜੀ ਹਾਫ ਹਾਰਟਡ ਅਟੈਂਪਟ ਰਹੇ ਹੈਗੇ। ਦੂਜੀ ਗੱਲ ਆਉਂਦੀ ਹੈਗੀ ਹੈ ਕਿ ਜਿਹੜੀ ਇੰਟਰਨਲ ਬਲੈਕ ਮਨੀ ਦੀ ਹੋਣੀ ਐਮਨੈਸਟੀ ਦੀ ਸਕੀਮ ਜਿਹੜੀ ਤੁਸੀਂ ਕਰ ਰਹੇ ਹੋ, ਇਹ ਜਿੰਨਾ ਮਰਜ਼ੀ ਰੌਲਾ ਪਾ ਲੈਣ ਜਾਂ ਐਕਸਟਰਨਲ ਜਿੱਥੇ ਬਲੈਕ ਮਨੀ ਦੀ ਇਨਵੈਸਟਮੈਂਟ ਹੈਗੀ ਹੈ, ਜਿਹੜਾ ਬਲੈਕ ਮਨੀ ਆ ਕੇ ਤੇ ਇੰਡੀਅਨ ਸਟਾਕ ਮਾਰਕੀਟ 'ਚ ਲੱਗਿਆ ਹੋਇਆ ਹੈਗਾ, ਇਹਦੇ ਉੱਤੇ ਕ੍ਰੈਕਡਾਊਨ ਕਰਨਗੇ ਤੇ ਇਹਦਾ ਇੰਪੈਕਟ ਲੋਕਲੀ ਪਾਊਗਾ। ਤੇ ਆਈ ਥਿੰਕ ਅਗੇਨ ਇਹ ਸਰਕਾਰ ਦਾ ਪ੍ਰੋਬਲਮ ਇਹ ਹੈਗਾ ਕਿ ਕਈ ਚੀਜ਼ਾਂ ਬਾਰੇ ਸ਼ੋਸ਼ਾ ਜ਼ਿਆਦਾ ਕਰਦੀਆਂ ਨੇ, ਆਵਾਜ਼ ਜ਼ਿਆਦਾ ਉਠਾਉਂਦੇ ਆ। ਸਵੱਛ ਭਾਰਤ ਕਰ ਦਾਂਗੇ, ਮੇਕ ਇਨ ਇੰਡੀਆ ਕਰ ਦਾਂਗੇ, ਡਿਜੀਟਲ ਇੰਡੀਆ ਕਰ ਦਾਂਗੇ, ਅਸੀਂ ਸਿਲੀਕਨ ਵੈਲੀ ਹੋ ਆਵਾਂਗੇ, ਪਰ ਡਿਲੀਵਰੀ ਪਰਫਾਰਮੈਂਸ ਜਾਂ ਅਚੀਵੇਬਲ ਗੋਲਸ ਹੈਗੇ ਉਹ ਸਾਹਮਣੇ ਨਹੀਂ ਦਿਖਦੇ ਹੈਗੇ। ਇਸ ਸਕੀਮ ਨਾਲ ਵੀ ਉਹੀ ਹੋ ਰਿਹਾ ਹੈ। ਜਦੋਂ ਗੱਲ ਵਿਦੇਸ਼ੀ ਦੌਰਿਆਂ ਦੀ ਕੀਤੀ ਜਾਵੇ ਤਾਂ ਨਰਿੰਦਰ ਮੋਦੀ ਨੇ ਕਾਫੀ ਮੁਹਰਤ ਹਾਸਲ ਕੀਤੀ ਹੈ ਵਿਦੇਸ਼ੀ ਦੌਰਿਆਂ ਕਰਨ ਦੇ ਵਿੱਚ। ਪਿੱਛੇ ਜੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਏ ਸੀ, ਕਾਫੀ ਵੱਡੇ ਟੈਕਨੀਕਲ ਰਾਊਂਡ ਤੇ ਕਾਫੀ ਇੰਡਸਟਰੀਅਲਿਸਟ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਜੋ ਉਹ ਪਹਿਲ ਕਰ ਰਹੇ ਨੇ ਉਸ ਦਾ ਹਿੰਦੁਸਤਾਨ ਦੇ ਵਿੱਚ ਕੁਝ ਅਸਰ ਦਿਖ ਰਿਹਾ ਜਾਂ ਨਹੀਂ। ਇਹਦੇ ਲਈ ਤੇ ਦੇਖੋ ਜੀ ਕੁਝ ਤੇ ਟਾਈਮ ਦੇਣਾ ਪੈਣਾ ਹੈਗਾ। ਅਸੀਂ ਜਿੰਨਾ ਮਰਜ਼ੀ ਕ੍ਰਿਟੀਕਲ ਹੋਈਏ ਨਰਿੰਦਰ ਮੋਦੀ ਦਾ ਸਾਲ 1.5 ਸਾਲ 'ਚ ਇਮੀਡੀਏਟਲੀ ਇੰਪੈਕਟ ਨਹੀਂ ਹੋ ਸਕਦਾ ਹੈਗਾ। ਬਾਕੀ ਤੁਸੀਂ ਦੇਖੋ ਕਿ ਇਹੋ ਜਿਹੀ ਚੀਜ਼ਾਂ ਨਰਿੰਦਰ ਮੋਦੀ ਨੇ ਗੁਜਰਾਤ 'ਚ ਵੀ ਕੀਤੀਆਂ ਸੀਗੀਆਂ, ਕੁਝ ਇਨਵੈਸਟਮੈਂਟ ਆਇਆ ਹੈਗਾ, ਪਰ ਜਿੰਨਾ ਹਾਈਪ ਕੀਤਾ ਗਿਆ ਉਨਾ ਇਨਵੈਸਟਮੈਂਟ ਨਹੀਂ ਆਇਆ ਹੈਗਾ। ਗੁਜਰਾਤ ਮਾਡਲ ਦੇ ਉੱਤੇ ਵੀ ਸਵਾਲ ਹੈਗੇ, ਪਰ ਫਿਰ ਵੀ ਇਹ ਨਹੀਂ ਕਹਿ ਸਕਦੇ ਕਿ ਉਹ ਟੋਟਲ ਫੇਲੀਅਰ ਸੀਗਾ। ਤੇ ਮੈਨੂੰ ਲੱਗਦਾ ਇਹ ਸਵਾਲ ਤੇ 2, 2.5, 3 ਸਾਲ ਬਾਅਦ ਅਸੀਂ ਇਹਦਾ ਕੋਈ ਜਵਾਬ ਦੇ ਸਕਦੇ ਹੈਗੇ। ਪਰ ਬਾਕੀ ਜਿਹੜੇ ਪ੍ਰੋਗਰਾਮਸ ਅਸੀਂ ਦੇਖ ਰਹੇ ਹਾਂ ਉਹਨਾਂ ਤੋਂ ਇਹੀ ਲੱਗ ਰਿਹਾ ਹੈਗਾ ਕਿ ਪਹਿਲਾ ਏਮ ਸਰਕਾਰ ਦਾ ਇਹ ਹੈਗਾ ਕਿ ਅਸੀਂ ਨਰਿੰਦਰ ਮੋਦੀ ਦੀ ਇਮੇਜ ਨੂੰ ਅੱਗੇ ਵਧਾਵਾ ਦੇਈਏ ਤੇ ਅਚੀਵਮੈਂਟਸ ਬਾਅਦ ਚ ਆਉਣਗੀਆਂ। ਤੇ ਹੁਣ ਇਹ ਦੇਖਣਾ ਪਊਗਾ ਇਹ ਅਚੀਵਮੈਂਟਸ ਫਾਈਨਲੀ ਕਿੱਥੇ ਆਉਂਦੀਆਂ ਨੇ, ਕਦੋਂ ਕੀ ਹੋਊਗਾ। ਇਹ ਤੁਸੀਂ ਬਾਕੀ ਸਕੀਮਸ ਵੀ ਦੇਖ ਲਓ, ਇਹਨਾਂ ਨੇ ਜਿਹੜੀ ਚੀਜ਼ਾਂ ਤੇ ਰੌਲਾ ਪਾਇਆ ਸੀ, ਜਨਰਲ ਸੇਲਸ ਟੈਕਸ ਜਾਂ ਲੈਂਡ ਰਿਫਾਰਮ ਬਿੱਲ, ਉਹ ਸਾਰੀ ਆ ਕੇ ਰੁਕ ਗਈਆਂ ਨੇ ਡਿਸਪਾਈਟ ਨਰਿੰਦਰ ਮੋਦੀ ਨੇ ਆਪਣਾ ਪਰਸਨਲ ਸਟੇਕ ਇਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕਾਫੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਆ। ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਕੀ ਪੋਜੀਸ਼ਨ ਆ? ਦੇਖੋ ਜੀ ਆਮ ਆਦਮੀ ਪਾਰਟੀ ਕ੍ਰਾਈਸਿਸ ਤੋਂ ਕ੍ਰਾਈਸਿਸ ਵੱਲ ਹੀ ਜਾਂਦੀ ਹੈਗੀ ਹੈ। ਉਹਨਾਂ ਦੀ ਹੀ ਲੜਾਈ ਅੱਧਾ ਟਾਈਮ ਤੇ ਬੀਜੇਪੀ ਦੇ ਲੈਫਟੀਨੈਂਟ ਗਵਰਨਰ ਨਾਲ ਲੱਗੀ ਰਹਿੰਦੀ ਹੈਗੀ ਹੈ। ਉਹਦੇ ਬਾਅਦ ਦਿੱਲੀ 'ਚ ਜਿਹੜਾ ਹੈਲਥ ਕ੍ਰਾਈਸਿਸ ਆ ਗਿਆ ਹੈ, ਡੇਂਗੂ ਦਾ ਲੈ ਕੇ ਜਿਹੜਾ ਹੈਗਾ ਮੱਛਰਾਂ ਦੀ ਬਿਮਾਰੀ ਹੈਗੀ ਹੈ ਜਿਹੜਾ ਕਾਫੀ ਫੈਲਿਆ ਹੈਗਾ ਦਿੱਲੀ 'ਚ, ਇਹਦੇ ਉੱਤੇ ਵੀ ਦੋਨੋਂ ਸੈਂਟਰਲ ਤੇ ਸਟੇਟ ਸਰਕਾਰ ਦਾ ਰਿਸਪੌਂਸ ਕੋਈ ਚੰਗਾ ਨਹੀਂ ਰਿਹਾ ਹੈਗਾ। ਇੱਕ ਦੂਜੇ ਨੂੰ ਬਲੇਮ ਕਰ ਰਹੇ ਸੀ ਕਿ ਜਦੋਂ ਵੈਨ ਦੇ ਸ਼ੁੱਡ ਬੀ ਵਰਕਿੰਗ ਟੂਗੇਦਰ ਸਿਟੀਜ਼ਨਸ ਲਈ,
ਇਹਦਾ ਅਸਰ ਤੇ ਲੋਕਾਂ 'ਚ ਪੈ ਰਿਹਾ ਹੈ ਕਿ ਇਹ ਵੀ ਇੱਕ ਹੋਰ ਕੋਈ ਪਾਰਟੀ ਹੈਗੀ ਜਿਹੜੀ ਗੱਲਾਂ ਜ਼ਿਆਦਾ ਕਰਦੀ ਹੈ, ਡਿਲੀਵਰੀ ਘੱਟ ਕਰਦੀ ਹੈਗੀ ਹੈ। ਨਾਲ ਇੱਕ ਇਹ ਵਨ ਮੈਨ ਪਾਰਟੀ ਬਣਦੀ ਜਾ ਰਹੀ ਹੈਗੀ ਹੈ। ਤੁਸੀਂ ਦਿੱਲੀ 'ਚ ਜਿਹੜਾ ਦੇਖਿਆ ਹੈਗਾ ਉਹ ਤੁਹਾਨੂੰ ਪਤਾ ਹੀ ਹੈਗਾ, ਪੰਜਾਬ 'ਚ ਵੀ ਕਿਸ ਤਰ੍ਹਾਂ ਰਿਫਲੈਕਟ ਹੋ ਰਿਹਾ ਹੈਗਾ, ਪਾਰਟੀ ਦਾ ਕੀ ਹਾਲਤ ਪੰਜਾਬ 'ਚ ਹੈਗੀ ਹੈ। ਤੇ ਓਵਰਆਲ ਇਹ ਪਾਰਟੀ ਇਵੈਂਚੁਅਲੀ ਇੱਕ ਕਲਟ ਆਫ ਕੇਜਰੀਵਾਲ ਬਣ ਕੇ ਰਹਿ ਗਈ ਹੈਗੀ ਹੈ। ਜਿੰਨਾ ਡਿਲੀਵਰੀ ਹੋਊਗੀ ਦਿੱਲੀ 'ਚ ਉਨਾ ਰਿਸਪੌਂਸ ਮਿਲੂਗਾ, ਪਰ ਦਿੱਲੀ ਤੋਂ ਅੱਗੇ ਮੈਨੂੰ ਨਹੀਂ ਲੱਗਦਾ ਇਹ ਪਾਰਟੀ ਕਰੰਟ ਸਰਕਮਸਟੈਂਸਸ ਵੱਧ ਸਕਦੀ ਹੈਗੀ ਹੈ। ਪੰਜਾਬ 'ਚ ਵੀ ਇਹਦਾ ਇੰਪੈਕਟ ਮੈਨੂੰ ਲੱਗਦਾ ਹੈਗਾ ਬੈਕਵਰਡ ਜਾ ਰਿਹਾ ਹੈ ਪਿਛਲੇ 6 ਮਹੀਨੇ ਦੇ ਜਿਹੜੇ ਇਵੈਂਟਸ ਹੋਏ ਨੇ ਉਸ ਕਰਕੇ। ਜੇਕਰ ਪੰਜਾਬ ਦੀ ਕੀਤੀ ਜਾਵੇ 2017 ਦੇ ਵਿੱਚ ਉੱਥੇ ਇਲੈਕਸ਼ਨਸ ਹੋਣੀਆਂ ਨੇ, ਇਹ ਕੋਈ ਡਾਊਟ ਨਹੀਂ ਹੈ ਜੀ ਕਿ ਪ੍ਰਵਾਸੀ ਪੰਜਾਬੀ ਵੀ ਤੇ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀ ਵੀ ਇੱਕ ਬਦਲ ਦੇਖ ਰਹੇ ਨੇ, ਸਰਕਾਰਾਂ ਤੋਂ ਦੁਖੀ ਨੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਹੋਵੇ। ਕਾਫੀ ਵਿਸ਼ਵਾਸ ਕੀਤਾ ਸੀ ਆਮ ਆਦਮੀ ਪਾਰਟੀ ਤੇ, ਲਾਜ ਰੱਖੀ ਸੀ ਆਮ ਆਦਮੀ ਪਾਰਟੀ ਦੀ, ਜਿਹੜੇ 4 MP ਬਣੇ ਨੇ ਉਹ ਪੰਜਾਬ ਦੇ ਵਿੱਚੋਂ ਹੀ ਬਣ ਕੇ ਆਏ ਸੀ। ਪਰ ਜਿੰਨੇ ਵਿਵਾਦ ਪੰਜਾਬ ਦੇ ਵਿੱਚ ਹੋਏ ਨੇ ਉਸ ਦੇ ਨਾਲ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਢਹਿ ਲੱਗੀ ਆ। ਪਰ ਜੇ ਗੱਲ ਰਾਜਨੀਤੀ ਦੀ ਕੀਤੀ ਜਾਵੇ ਕਿ ਬਿਹਾਰ ਦੀ ਇਲੈਕਸ਼ਨ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦੇ ਕੋਈ ਰਿਲੇਸ਼ਨ ਦੇ ਵਿੱਚ ਫਰਕ ਪੈ ਸਕਦਾ 2017 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ? ਦੇਖੋ ਜੀ, ਮੈਨੂੰ ਨਹੀਂ ਲੱਗਦਾ ਹੈਗਾ। ਦਿੱਲੀ ਦੇ ਇਲੈਕਸ਼ਨ ਤੇ ਪਹਿਲਾਂ ਇਹ ਲੱਗ ਰਿਹਾ ਸੀਗਾ ਕਿ ਬੀਜੇਪੀ ਕਾਫੀ ਅਗਰੈਸਿਵ ਹੋ ਗਈ ਹੈਗੀ ਹੈ। ਦਿੱਲੀ ਦੇ ਹਾਰ ਦੇ ਬਾਅਦ ਇਹ ਕਲੀਅਰ ਹੋ ਗਿਆ ਕਿ ਉਹਨਾਂ ਨੇ ਡਿਸਾਈਡ ਕੀਤਾ ਹੈਗਾ ਕਿ ਅਸੀਂ ਇੱਕ ਇੱਕ ਕਰਕੇ ਇਲੈਕਸ਼ਨ ਲੜਾਂਗੇ, ਇੰਨੀ ਛੇਤੀ ਵੋਟ ਨਹੀਂ ਰੋਕ ਕਰਾਂਗੇ, ਜਿਹੜੀ ਅੰਗਰੇਜ਼ੀ 'ਚ ਇੱਕ ਕਹਾਵਤ ਹੁੰਦੀ ਹੈਗੀ ਹੈ। ਤੇ ਹੁਣੇ ਤੇ ਕੋਈ ਅੰਦੇਸ਼ਾ ਨਹੀਂ ਹੈ ਕਿ ਇਹ ਇਲੈਕਸ਼ਨ ਅੰਡਰ ਕ੍ਰਾਈਸਿਸ ਹੋਏ। ਦੋਨੋਂ ਬੀਜੇਪੀ ਤੇ ਅਕਾਲੀਆਂ ਨੂੰ ਮੈਨੂੰ ਲੱਗਦਾ ਹੈਗਾ ਇਹ ਕਲੈਰਿਟੀ ਹੈਗੀ ਹੈ ਕਿ ਲੋਕ ਆਲਟਰਨੇਟਿਵ ਪੰਜਾਬ 'ਚ ਲੱਭ ਰਹੇ ਹੈ, ਪਰ ਉਹਨਾਂ ਨੂੰ ਸਾਹਮਣੇ ਇਹ ਵੀ ਦਿਖ ਰਿਹਾ ਹੈਗਾ ਕਿ ਕੋਈ ਆਲਟਰਨੇਟਿਵ ਬਣਨ ਨੂੰ ਤਿਆਰ ਨਹੀਂ ਹੋ ਰਿਹਾ ਹੈਗਾ। ਕਾਂਗਰਸ ਨੂੰ ਦੇਖ ਲਓ, ਦੋ ਫਾੜ ਹੋਈ ਹੈਗੀ ਹੈ, ਕੋਈ ਲੀਡਰ ਨਹੀਂ ਲੱਭ ਪਾ ਰਹੀ ਹੈ। ਆਮ ਆਦਮੀ ਪਾਰਟੀ ਸੈਲਫ ਡਿਸਟਰਕਟ ਹੋ ਰਹੀ ਹੈ। ਤੇ ਮੈਨੂੰ ਲੱਗਦਾ ਹੈਗਾ ਕਿ ਉਹਨਾਂ 'ਚ ਇਹ ਰਿਅਲਾਈਜੇਸ਼ਨ ਹੈਗੀ ਹੈ ਕਿ ਫੇਲਿਅਰ ਆਫ ਆਪੋਜੀਸ਼ਨ ਕੋਈ ਆਲਟਰਨੇਟਿਵ ਪ੍ਰੋਵਾਈਡ ਕਰਨ ਦੇ ਕਾਰਨ ਹੀ ਉਹ ਸ਼ਾਇਦ ਪਾਵਰ 'ਚ ਵਾਪਸ ਆ ਜਾਣ। ਉਹਦੇ ਲਈ ਉਹਨਾਂ ਨੂੰ ਨਾਲ ਰਹਿਣਾ ਜ਼ਰੂਰੀ ਰਹੇਗਾ। ਤੇ ਮੈਨੂੰ ਲੱਗਦਾ ਇਹ ਚੀਜ਼ ਉਹਨਾਂ ਨੂੰ ਨਾਲ ਰੱਖੇਗੀ, ਨਾਟ ਕਿ ਕੋਈ ਜੈਨੂਇਨ ਲਾਈਕਿੰਗ ਹੈਗੀ ਹੈ। ਸਾਨੂੰ ਪਤਾ ਹੈਗਾ ਦੋਨਾਂ ਵਿੱਚ ਇੰਨਾ ਜ਼ਿਆਦਾ ਲੋਕਲ ਯੂਨਿਟ 'ਚ ਮਤਭੇਦ ਹੈਗਾ, ਇੰਨੀ ਲੜਾਈ ਹੈਗੀ ਹੈ, ਪਰ ਫਿਰ ਵੀ ਮੈਨੂੰ ਲੱਗਦਾ ਹੈਗਾ ਇਹ ਇਲੈਕਸ਼ਨ ਉਹ ਨਾਲ ਹੀ ਲੜਨਗੇ, ਕਿਉਂਕਿ ਦੈਟ ਇਜ਼ ਦੀ ਓਨਲੀ ਵੇ ਕਿ ਉਹ ਪਾਵਰ ਰਿਟੇਨ ਕਰ ਸਕਦੇ ਆ ਪੰਜਾਬ 'ਚ। ਅਗਰ ਕਿਸੇ ਗੱਲਬਾਤ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਜਿਹੜੇ ਉਪ ਪ੍ਰਧਾਨ ਨੇ ਕਦੇ ਕਦੇ ਤਾਂ ਕਾਫੀ ਅਗਰੈਸਿਵ ਹੋ ਜਾਂਦੇ ਨੇ, ਕਦੇ ਬਿਹਾਰ ਦੇ ਵਿੱਚ ਜਾ ਕੇ ਰੈਲੀਆਂ ਕਰਦੇ ਨੇ, ਉਸ ਤੋਂ ਬਾਅਦ ਕੋਈ ਬਹਾਨਾ ਲਾ ਕੇ ਵਿਦੇਸ਼ ਚਲੇ ਜਾਂਦੇ ਨੇ। ਦੂਜੇ ਪਾਸੇ ਜੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਜੇ ਚਾਹੁਣ ਤਾਂ ਪੰਜਾਬ ਦੇ ਵਿੱਚ ਜਿਹੜਾ ਪ੍ਰਧਾਨਗੀ ਦੇ ਲਈ ਵਿਵਾਦ ਉੱਠਿਆ ਹੋਇਆ ਉਸ ਨੂੰ ਕਾਫੀ ਆਸਾਨੀ ਨਾਲ ਹੱਲ ਕਰ ਸਕਦੇ ਨੇ। ਪਰ ਕਿਉਂ ਨਹੀਂ ਉਹ ਜਿਹੜਾ ਵਿਵਾਦ ਉੱਠਿਆ ਹੋਇਆ ਪ੍ਰਧਾਨਗੀ ਨੂੰ ਲੈ ਕੇ ਬਾਜਵਾ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ, ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ? ਇੱਕ ਤੇ ਮੈਨੂੰ ਲੱਗਦਾ ਹੈਗਾ ਕਿ ਰਾਹੁਲ ਗਾਂਧੀ ਰਿਲਕਟੈਂਟ ਲੀਡਰ ਤੇ ਰਹੇ ਨਹੀਂ, ਕਦੇ ਲੀਡਰਸ਼ਿਪ ਦਿਖਾਈ ਨਹੀਂ ਹੈਗੀ। ਦੂਜੀ ਗੱਲ ਹੈਗੀ ਹੈ ਕਿ ਮੈਨੂੰ ਲੱਗਦਾ ਹੈ ਉਹਨਾਂ ਦੀ ਆਪਸ਼ਨ ਹੈਗੀ ਹੈ ਪੰਜਾਬ 'ਚ ਅਗਰ ਕੋਈ ਸੋਲਿਊਸ਼ਨ ਇੰਪੋਜ਼ ਕਰਨਾ ਚਾਹੇ ਰਾਹੁਲ ਗਾਂਧੀ, ਮੈਨੂੰ ਨਹੀਂ ਲੱਗਦਾ ਕਿ ਲੋਕੀ ਲੀਡਰ ਮੰਨਣਗੇ। ਅਮਰਿੰਦਰ ਨੇ ਸਾਫ਼ ਕਰਦਾ ਹੈਗਾ ਕਿ ਅਗਰ ਰਾਹੁਲ ਗਾਂਧੀ ਕੋਈ ਸੋਲਿਊਸ਼ਨ ਜਿਹੜੀ ਅਮਰਿੰਦਰ ਲਈ ਐਕਸੈਪਟੇਬਲ ਨਹੀਂ ਹੈਗੀ ਹੈ ਤੇ ਉਹਦੇ ਨਾਲ ਨਹੀਂ ਅਮਰਿੰਦਰ ਜਾ। ਸਵਾਲ ਇਹ ਉੱਠਦਾ ਹੈਗਾ ਕਿ ਪੰਜਾਬ 'ਚ ਚਾਰਾ ਕੀ ਹੈਗਾ ਕਾਂਗਰਸ ਦਾ। ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਨੂੰ ਛੱਡ ਕੇ ਕੋਈ ਇਹੋ ਜਿਹਾ ਲੀਡਰ ਹੈਗਾ ਜਿਹਦੇ ਪਿੱਛੇ ਲੋਕ ਜੁੜਨ। ਇਹ ਗੱਲ ਵੀ ਰਾਹੁਲ ਦੀ ਠੀਕ ਹੈਗੀ ਹੈ ਕਿ ਕੈਪਟਨ ਅਮਰਿੰਦਰ ਦੇ ਕੋਲ ਇੱਕ ਗੋਲਡਨ ਚਾਂਸ ਸੀਗੀ ਪਿਛਲੇ ਇਲੈਕਸ਼ਨ 'ਚ, ਤੇ ਇਹ ਚਾਂਸ ਕੈਪਟਨ ਨੇ ਖੁਦ ਹੀ ਗਵਾਈ ਹੈਗੀ ਹੈ। ਖੁਦ ਲੋਕਾਂ ਨੂੰ ਹਰਾ ਕੇ, ਖੁਦ ਆਪਸੀ ਡਿਸਪਿਊਟ 'ਚ ਪੈ ਕੇ, ਜਿੱਥੇ ਸਰਕਾਰ ਅੱਜ ਕਾਂਗਰਸ ਦੀ ਹੋਣੀ ਚਾਹੀਦੀ ਸੀ ਉੱਥੇ ਬਾਦਲਾਂ ਦੀ ਇੱਕ ਹੋਰ ਤੀਜੀ ਵਾਰੀ ਉਹਨਾਂ ਦਾ ਰਾਜ ਸ਼ੁਰੂ ਹੋ ਗਿਆ ਹੈਗਾ। ਤੇ ਕੋਈ ਚੰਗਾ ਆਲਟਰਨੇਟਿਵ ਪੰਜਾਬ ਦੇ ਸਾਹਮਣੇ ਨਹੀਂ ਹੈਗਾ। ਬਟ ਆਈ ਥਿੰਕ ਜਿਹੜਾ ਅੰਗਰੇਜ਼ੀ ਕਹਿੰਦੇ ਹੈਗੇ ਕਿ ਕੈਪਟਨ ਅਮਰਿੰਦਰ ਇਜ਼ ਦਾ ਬੈਸਟ ਆਫ ਅ ਬੈਡ ਬੈਟ ਕਾਂਗਰਸ ਲਈ। ਹੋਰ ਕੀ ਕਹਿ ਸਕਦੇ। ਜਦੋਂ ਗੱਲ ਰੀਜਨਲ ਪਾਰਟੀਆਂ ਦੀਆਂ ਕੀਤੀ ਜਾਵੇ ਤਾਂ ਕਾਫੀ ਸਕਸੈਸਫੁਲ ਰਹੀਆਂ ਨੇ ਰੀਜਨਲ ਪਾਰਟੀ। ਗੱਲ ਬੰਗਾਲ ਦੀ ਕੀਤੀ ਜਾਵੇ, ਮਹਾਰਾਸ਼ਟਰ ਦੀ ਕੀਤੀ ਜਾਵੇ, ਉਸ ਤੋਂ ਬਾਅਦ ਯੂਪੀ, ਬਿਹਾਰ, ਤਾਮਿਲਨਾਡੂ, ਕੇਰਲਾ ਦੇ ਵਿੱਚ ਵੀ, ਉੜੀਸਾ ਦੇ ਵਿੱਚ ਵੀ। ਕਿ ਅਕਾਲੀ ਦਲ ਵੀ ਇੱਕ ਤਰ੍ਹਾਂ ਦੀ ਰੀਜਨਲ ਪਾਰਟੀ ਸੀ। ਅਮਰਿੰਦਰ ਸਿੰਘ ਕਦੇ ਕਦੇ ਆਪਣੀ ਵੱਖ ਪਾਰਟੀ ਬਣਾਉਣ ਦੀ ਗੱਲ ਕਰਦੇ ਨੇ। ਕੀ ਤੁਸੀਂ ਸੋਚਦੇ ਹੋ ਕਿ ਜੇ ਪੰਜਾਬ ਦੇ ਵਿੱਚ ਇੱਕ ਵੱਖਰੀ ਰੀਜਨਲ ਪਾਰਟੀ ਆਵੇ ਤਾਂ ਅੰਡਰ ਅਮਰਿੰਦਰ ਸਿੰਘ ਉਹ ਸਕਸੈਸਫੁਲ ਹੋ ਸਕਦੀ ਹੈ ਜਾਂ ਨਹੀਂ?
ਪਾਰਟਿਕੂਲਰ ਪਾਰਟੀ ਦੀ ਸਕਸੈਸ ਜਾਂ ਕਾਮਯਾਬੀ ਪ੍ਰੈਡਿਕਟ ਕਰਨੀ ਔਖੀ ਹੈਗੀ ਹੈ, ਪਰ ਪੰਜਾਬ ਦੀ ਅਗਰ ਤੁਸੀਂ ਹਿਸਟਰੀ ਦੇਖੋ ਕਿ ਕਾਂਗਰਸ ਜਾਂ ਅਕਾਲੀਆਂ ਤੋਂ ਕੋਈ ਬ੍ਰੇਕਅਵੇ ਅਗਰ ਕਿਸੇ ਨੇ ਕੀਤਾ ਹੈਗਾ ਹੈ ਤੇ ਉਹ ਕਦੇ ਸਕਸੀਡ ਨਹੀਂ ਹੋਇਆ ਹੈ। ਮਨਪ੍ਰੀਤ ਦਾ ਲੈ ਲਓ, ਅਕਾਲੀਆਂ 'ਚ ਬੜੇ ਐਗਜ਼ਾਮਪਲਸ ਹੈਗੇ ਇਹੋ ਜਿਹੇ ਕੰਮ ਹੋਏ ਹੈਗੇ। ਤੇ ਪੰਜਾਬ 'ਚ ਪਰਸਨੈਲਿਟੀ ਬੇਸਡ ਪੋਲਿਟਿਕਸ ਜ਼ਿਆਦਾ ਦੇਰ ਨਹੀਂ ਚੱਲਦੀ ਹੈਗੀ ਏ। ਇਹ ਦੋ ਧੜੇ ਬਣੇ ਹੋਏ ਹੈਗੇ ਆ ਅਕਾਲੀਆਂ ਤੇ ਕਾਂਗਰਸ ਤੇ। ਕਲੀਅਰਲੀ ਰੂਰਲ ਸਪੋਰਟ ਅਕਾਲੀਆਂ ਦਾ ਜ਼ਿਆਦਾ ਹੈਗਾ, ਮਿਲਦਾ ਹੈ, ਸਾਨੂੰ ਵੀ ਪਤਾ ਹੈਗਾ ਹੈ ਕਿ ਕਈ ਵਾਰੀ ਇਹ ਸਪੋਰਟ ਨਾਨ ਆਈਡੀਓਲੋਜੀਕਲ ਹੈਗਾ ਹੈ ਕਿ ਪਿੰਡ 'ਚ ਦੋ ਧੜੇ ਹੁੰਦੇ ਹੈਗੇ, ਅਗਰ ਇੱਕ ਧੜਾ ਅਕਾਲੀਆਂ ਨਾਲ ਜਾਂਦਾ ਹੈ ਤਾਂ ਦੂਜਾ ਕਾਂਗਰਸ ਨਾਲ ਚਲੇ ਜਾਂਦਾ ਹੈ, ਕਾਂਗਰਸ ਨੂੰ ਇਹ ਪੈਦਾ ਹੋ ਹੀ ਜਾਂਦਾ ਹੈਗਾ। ਪਰ ਇੱਕ ਹੋਰ ਪੰਥਿਕ ਵੋਟ ਹੈ ਜਿਹੜਾ ਕਦੇ ਕਾਂਗਰਸ ਦੇ ਵੱਲ ਨਹੀਂ ਜਾਊਗਾ। ਤੇ ਮੈਨੂੰ ਲੱਗਦਾ ਹੈ ਇੱਥੇ ਥਰਡ ਪਾਰਟੀ ਸਕਸੀਡ ਅਗਰ ਕੋਈ ਕਰਦੀ ਤੇ ਆਮ ਆਦਮੀ ਵਰਗੀ ਪਾਰਟੀ ਸਕਸੀਡ ਕਰਦੀ, ਜਿਹਦੇ ਕੋਈ ਬੈਗੇਜ ਨਹੀਂ ਸੀਗਾ, ਜਿਹਨੇ ਪੰਜਾਬ ਦੀ ਪਾਸਟ ਹਿਸਟਰੀ ਬਾਰੇ ਸਹੀ ਸਟੈਪਸ ਉਠਾਏ ਸੀ, 84 ਦੀ ਗੱਲ ਕੀਤੀ ਸੀਗੀ, ਬਲੂ ਸਟਾਰ ਬਾਰੇ ਗੱਲ ਕਰਨ ਨੂੰ ਤਿਆਰ ਸੀਗੇ। ਨਾਲ ਪਿੰਡਾਂ 'ਚ ਵੀ ਜਿਹੜਾ ਪੰਥਿਕ ਵੋਟ ਅਕਾਲੀਆਂ ਨਾਲ ਨਾਰਾਜ਼ ਸੀਗਾ ਉਹ ਆਮ ਆਦਮੀ ਪਾਰਟੀ ਵੱਲ ਜਾਣ ਨੂੰ ਤਿਆਰ ਸੀਗਾ, ਉਹ ਕਦੇ ਕਾਂਗਰਸ ਵੱਲ ਨਹੀਂ ਜਾਂਦਾ। ਪਰ ਪੰਜਾਬ ਦੀ ਇਹ ਮਿਸਫੋਰਚੂਨ ਹੈਗੀ ਹੈ ਕਿ ਇਹ ਓਪਰਚੁਨਿਟੀ ਨੂੰ ਉਹਨਾਂ ਨੇ ਆਪਸ 'ਚ ਲੜਾਈ 'ਚ, ਮੈਨੂੰ ਲੱਗਦਾ ਹੈਗਾ ਕਿ ਇੱਕ ਓਪਰਚੁਨਿਟੀ ਲੌਸਟ ਦਿਖ ਰਹੀ ਹੈਗੀ ਹੈ। ਮੈਨੂੰ ਨਹੀਂ ਲੱਗਦਾ ਕਿ ਫਰੋਮ ਦਿਸ ਸਟੇਜ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਰਿਵਾਈਵ ਕਰ ਸਕਦੀ। ਅੱਗੇ ਵੈਸੇ ਟਾਈਮ ਹੈਗਾ ਹੈ ਪਰ ਐਟ ਦ ਮੋਮੈਂਟ ਲੱਗਦਾ ਨਹੀਂ ਹੈਗਾ। ਕਈ ਲੀਡਰ ਉਹਨਾਂ ਦੀ ਪਾਰਟੀ ਛੱਡ ਕੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ। ਕਿ ਅੱਜ ਦੇ ਹਾਲਤ ਦੇ ਵਿੱਚ ਜਿਵੇਂ ਅੰਡਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਕੋਸ਼ਿਸ਼ ਕਰੂਗੀ ਕਿ ਉਹਨਾਂ ਲੀਡਰਾਂ ਨੂੰ ਵਾਪਸ ਪਾਰਟੀ ਦੇ ਨਾਲ ਜੋੜਿਆ ਜਾਵੇ? ਦੇਖੋ ਜੀ, ਇਹ ਮੈਨੂੰ ਨਹੀਂ ਲੱਗਦਾ ਕਿਉਂਕਿ ਕੇਜਰੀਵਾਲ ਡਿਸੈਂਟ ਜਾਂ ਆਪੋਜੀਸ਼ਨ ਜਾਂ ਕੋਈ ਆਪਣੀ ਬਰਾਬਰੀ ਦਾ ਲੀਡਰ ਜਿਹੜਾ ਉਹਦੇ ਨਾਲ ਬੈਠਾ ਹੋਏ ਉਹਨੂੰ ਨਹੀਂ ਟੋਲਰੇਟ ਕਰਦਾ। ਇਹ ਇਸ ਕਰਕੇ ਪਾਰਟੀ ਬੀਜੇਪੀ ਜਾਂ ਕਾਂਗਰਸ ਤੋਂ ਵੱਖਰੀ ਨਹੀਂ ਹੈਗੀ ਹੈ। ਬੀਜੇਪੀ 'ਚ ਨਰਿੰਦਰ ਮੋਦੀ ਕੋਈ ਡਿਸੈਂਟ ਨਹੀਂ ਟੋਲਰੇਟ ਕਰਦਾ, ਆਪਣੇ ਬਰਾਬਰ ਦਾ ਬੰਦਾ ਨਹੀਂ ਟੋਲਰੇਟ ਕਰਦਾ। ਕਾਂਗਰਸ 'ਚ ਫੈਮਿਲੀ ਆਪਣੇ ਬਰਾਬਰ ਦਾ ਕਿਸੇ ਨੂੰ ਨਹੀਂ ਟੋਲਰੇਟ ਕਰਦੀ ਹੈ, ਕੋਈ ਡਿਸੈਂਟ ਨਹੀਂ ਟੋਲਰੇਟ ਕਰਦੀ। ਇਹ ਪੈਟਰਨ ਆਮ ਆਦਮੀ ਪਾਰਟੀ 'ਚ ਆ ਗਿਆ ਹੈਗਾ। ਜਦੋਂ ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਨੂੰ ਕੱਢਿਆ, ਗੱਲ ਇਹ ਨਹੀਂ ਸੀਗੀ ਕਿ ਪ੍ਰਸ਼ਾਂਤ ਭੂਸ਼ਣ ਜਾਂ ਯੋਗਿੰਦਰ ਯਾਦਵ ਨੇ ਕੋਈ ਵੋਟ ਲਿਆਣੇ ਹੈਗੇ, ਪਰ ਪ੍ਰਸ਼ਾਂਤ ਭੂਸ਼ਣ ਨਾਲ ਇੱਕ ਕ੍ਰੈਡੀਬਿਲਿਟੀ ਜੁੜੀ ਹੋਈ ਸੀ, ਇੱਕ ਵੌਇਸ ਆਫ ਕੌਨਸ਼ੀਅਸ ਜੁੜਿਆ ਹੋਇਆ ਸੀਗਾ ਕਿ ਜਿੱਥੇ ਲੱਗਦਾ ਹੈ ਬੰਦੇ ਨੂੰ ਕਿ ਗੱਲ ਠੀਕ ਕਰਨੀ ਹੈਗੀ, ਪ੍ਰਸ਼ਾਂਤ ਭੂਸ਼ਣ ਗੱਲ ਠੀਕ ਕਰਦਾ ਸੀਗਾ। ਉਹ ਇਹ ਪਰਵਾਹ ਨਹੀਂ ਕਰਦਾ ਸੀਗਾ ਇਹਦੇ ਬਾਰੇ ਕੇਜਰੀਵਾਲ ਕੀ ਸੋਚੇਗਾ ਜਾਂ ਨਹੀਂ ਸੋਚੇਗਾ। ਇਹ ਚੀਜ਼ ਕੇਜਰੀਵਾਲ ਤੋਂ ਟੋਲਰੇਟ ਨਹੀਂ ਹੋਈ। ਤੇ ਇਨ ਦੈਟ ਸੈਂਸ ਦ ਸੇਮ ਕਲਚਰ ਜਿਹੜਾ ਕਾਂਗਰਸ ਤੇ ਬੀਜੇਪੀ ਦਾ ਹੈ ਉਹ ਅੱਜ ਆਮ ਆਦਮੀ ਪਾਰਟੀ ਦਾ ਹੈ। ਅਖੀਰ ਦੇ ਵਿੱਚ ਫੁਲਕਾ ਸਾਹਿਬ ਹਜੇ ਤੱਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਕਿ ਉਹ ਆਪਣੇ ਆਪ ਨੂੰ ਵੱਖ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ? ਦੇਖੋ ਜੀ, ਉਹਨਾਂ ਦਾ ਲਾਸਟ ਸਟੇਟਮੈਂਟ ਜਿਹੜਾ ਆਇਆ ਹੈ ਉਹਦੇ ਬਾਅਦ ਮੇਰੀ ਮੁਲਾਕਾਤ ਨਹੀਂ ਹੋਈ ਹੈਗੀ ਹੈ। ਮੈਂ ਖੁਦ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਮੈਂ ਐਜ਼ ਅ ਵਰਕਰ ਰਹੂੰਗਾ, ਬਾਕੀ ਮੈਂ 84 ਦੇ ਕੇਸਿਸ ਤੇ ਫੋਕਸ ਕਰਾਂਗਾ। ਇਹ ਸੁਣ ਕੇ ਤੇ ਇਹੀ ਲੱਗਦਾ ਹੈਗਾ ਕਿ ਉਹ ਥੋੜੇ ਡਿਸਇੰਚਾਰਟਡ ਹੈਗੇ ਹੈ, ਛੱਡ ਕੇ ਇੱਕ ਤਰਫ ਚਲੇ ਗਏ ਹੈਗੇ ਕਿ ਜਿਹੜਾ ਕੰਮ ਮੈਂ ਆਮ ਆਦਮੀ ਪਾਰਟੀ ਦੇ ਫਾਰਮੇਸ਼ਨ ਤੋਂ ਪਹਿਲਾਂ ਕਰ ਰਿਹਾ ਸੀ 84 ਦੇ ਕੇਸਿਸ ਬਾਰੇ, ਉਹ ਕੰਮ ਮੈਂ ਕਰਦਾ ਰਹੂੰਗਾ। ਕਿਉਂਕਿ ਨਾ ਉਹਨਾਂ ਨੂੰ ਪੰਜਾਬ 'ਚ ਕਲੈਰਿਟੀ ਮਿਲ ਰਹੀ ਸੀਗੀ ਕਿ ਉਹਨਾਂ ਦਾ ਰੋਲ ਕੀ ਹੈਗਾ ਹੈ, ਉੱਥੇ ਕੀ ਕਰਨਗੇ, ਨਾ ਦਿੱਲੀ 'ਚ ਕੋਈ ਕਲੈਰਿਟੀ ਮਿਲ ਰਹੀ ਸੀਗੀ। ਤੇ ਮੇਰਾ ਤਾਂ ਇਹੀ ਗੈਸ ਹੈਗਾ ਕਿ ਮੋਰ ਲੈਸ ਉਹਨਾਂ ਨੇ ਪਾਰਟੀ ਤੋਂ ਹਟ ਕੇ ਆਪਣਾ ਜਿਹੜਾ ਪਹਿਲਾ ਕੰਮ ਸੀਗਾ 84 ਦਾ ਬੜਾ ਇੰਪੋਰਟੈਂਟ ਕੰਮ ਹੈ ਉਹਦੇ ਨਾਲ ਫਿਰ ਵਾਪਸ ਜਾ ਕੇ ਪੂਰੀ ਤਰ੍ਹਾਂ ਜੁੜ ਗਏ। ਜੇ ਅੱਜ ਦੇ ਮਾਹੌਲ ਨੂੰ ਦੇਖਿਆ ਜਾਵੇ ਤਾਂ ਜਿਹੜਾ ਬੀਫ ਦੇ ਲਈ ਲੈ ਕੇ ਜਿਹੜਾ ਤਨਪੋੜ ਜਿਹੜੀ ਰਾਜਨੀਤਿਕ ਮਾਹੌਲ ਵਿਗੜਿਆ ਹੋਇਆ, ਕਿਹੜੀਆਂ ਗੱਲਾਂ ਕਰਕੇ ਇਹ ਮਾਹੌਲ ਸ਼ਾਂਤ ਹੋ ਸਕਦਾ ਜਾਂ ਇਹ ਅੱਗ ਬਿਹਾਰ ਦੀ ਇਲੈਕਸ਼ਨ ਤੱਕ ਲੱਗੀ ਰਹੂਗੀ? ਜੀ, ਮੈਨੂੰ ਪ੍ਰੋਬਲਮ ਇਹ ਹੈਗੀ ਹੈ ਜੀ ਕਿ ਬਿਹਾਰ ਦੇ ਇਲੈਕਸ਼ਨ ਦੇ ਬਾਅਦ ਕਈ ਹੋਰ ਇਲੈਕਸ਼ਨ ਆਣੇ, 6 ਮਹੀਨੇ 'ਚ ਅਸਾਮ ਦਾ ਇਲੈਕਸ਼ਨ ਆਣਾ ਹੈ, ਬੰਗਾਲ ਦਾ ਇਲੈਕਸ਼ਨ ਆਣਾ ਹੈਗਾ। ਬੀਜੇਪੀ ਦੀ ਸਟ੍ਰੈਟਜੀ ਹਰ ਇਲੈਕਸ਼ਨ ਲਈ ਇਹੀ ਹੈਗੀ ਹੈ, ਪੋਲਰਾਈਜ਼, ਡਿਵਾਈਡ ਤੇ ਰੀਪ ਡਿਵੀਡੈਂਡਸ ਹੈਗਾ। ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਦੌਰ ਸ਼ਾਂਤੀ ਦਾ ਅੱਗੇ ਦੇਖਣ ਵਾਲੇ ਹੈਗੇ, ਕਿਉਂਕਿ ਬੀਜੇਪੀ ਨੂੰ ਇਹੋ ਜਿਹਾ ਟਰਮੋਇਲ ਸੂਟ ਕਰਦਾ ਹੈਗਾ। ਆਈ ਥਿੰਕ ਇਵੈਂਚੁਅਲੀ ਪ੍ਰੋਬਲਮ ਉਦੋਂ ਆਊਗਾ ਕਿ ਜਿਹੜਾ ਇਹ ਇਕਨੋਮਿਕ ਗਰੋਥ ਜਾਂ ਡਿਵੈਲਪਮੈਂਟ ਲੱਭ ਰਹੇ ਹੈਗੇ ਉਹ ਇਸ ਤਰ੍ਹਾਂ ਦੇ ਟਰਮੋਇਲ ਨਾਲ ਕੰਪੈਟੇਬਲ ਨਹੀਂ ਹੈਗਾ। ਬਾਹਰਲਾ ਵੀ ਇਨਵੈਸਟਰ ਨੇ ਆ ਕੇ ਕਹਿਣਾ ਹੈ ਕਿ ਜੀ ਇਹ ਕੀ ਰੋਜ਼ ਹੋ ਰਿਹਾ ਹੈਗਾ ਦੇਸ਼ 'ਚ, ਲੋਕ ਮਰ ਰਹੇ ਹੈਗੇ ਬੀਫ ਖਾਣ ਦੇ ਪਿੱਛੇ, ਕਿਤੇ ਕੁਝ ਹੋਰ ਹੋ ਰਿਹਾ ਹੈਗਾ। ਇਹੋ ਜਿਹੇ ਮਾਹੌਲ 'ਚ ਇੰਟਰਨੈਸ਼ਨਲ ਪਰਸੈਪਸ਼ਨ ਕੀ ਹੋਊਗੀ, ਇੰਟਰਨੈਸ਼ਨਲ ਇਨਵੈਸਟਮੈਂਟ ਕੀ ਹੋਊਗੀ, ਇਹ ਸਵਾਲ ਉੱਠਣਗੇ। ਇਹ ਕੰਟਰਡਿਕਸ਼ਨ ਕਿਸ ਤਰ੍ਹਾਂ ਰਿਜ਼ੋਲਵ ਕਰੂਗੀ? ਅਗਰ ਸ਼ਾਂਤੀ ਆਊਗੀ ਤਾਂ ਇੱਥੋਂ ਆਊਗੀ, ਨਾਟ ਕਿ ਬੀਜੇਪੀ ਨੂੰ ਕੋਈ ਜੈਨੂਇਨ ਕਨਵਿਕਸ਼ਨ ਹੈਗੀ ਹੈ ਕਿ
ਨਰਿੰਦਰ ਮੋਦੀ ਨੂੰ ਕੋਈ ਜੈਨੂਇਨ ਕਨਵਿਕਸ਼ਨ ਹੈਗੀ ਹੈ ਕਿ ਦੇਸ਼ ਸ਼ਾਂਤੀ ਅਮਲ ਹੋਣੀ ਚਾਹੀਦੀ ਹੈ। ਬਾਲ ਸਾਹਿਬ, ਤੁਸੀਂ ਇੰਨੀ ਰਾਤ ਹਿੰਦੁਸਤਾਨ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਕਾਫੀ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।